इधर ज्यादा कि मैंने बर्दाश्त ऊपर नहीं आना। है आधे जी। बंदे अब कुछ कह रहे हैं, आधे बंदे अब कुछ कह रहे हैं। मैंने तो अभी तक जब से ब्रॉड ऑन है बाजा साहब, पहले बंदे उनसे पूछ लें, किसी बंदे से मैंने कोई तू करके भी बात नहीं की। जी आप और जनाब कह के बात कर रहा हूँ। मैं तो जमात लेकिन वालों को भी हमें कहूंगा कि अलीम भाई को मेरी थोड़ा बात जो सुनो, ऊपर हमें लेके नजीर जाएं, ये साहब समझदार बंदे आप लोग। मैं जामन नज़ीर भैया बैठे ਤਾਂ ਹਾਜੀ बन रहे हैं। नहीं नहीं, आमन नजीर ਆ साहब ਤੂੰ ਸ਼ੁਕਰ ਕਰ ਅਮਨ ਨਜ਼ੀਰ ਭਾਈ ਦਾ ਕੱਲ ਦੇ ਚੱਕਰ ਲੱਗਿਆ ਇੱਥੇ। ਜ਼ਿਆ मेरी गल सुन लो, ਸਾਹਿਬ ਰਿਸਪੈਕਟ ਜਿਹੜੀ ਹੁੰਦੀ ਹੈ ਨਾ ਸਾਰਿਆਂ ਨੂੰ ਦੇਈਦੀ ਹੈ, गल ਮਗਰ सुन लो। ਅਗਲਾ ਕਰਾਵੇ ਤੇ ਅਸੀਂ ਜੇ ਤੁਸੀਂ ਸਾਰਿਆਂ ਨੂੰ ਕਰਾਣੀ ਨਹੀਂ ਰਿਸਪੈਕਟ ਤੇ ਦਿੰਦੇ ਆ। ਹਾਂਜੀ ਆਮਨ ਨਜ਼ੀਰ ਸਾਹਿਬ ਦੇ ਸਾਹਮਣੇ ਵੇਖੋ, ਮੈਂ ਤੇ ਕੋਈ ਗੱਲ ਨਹੀਂ ਕੀਤੀ, ਲੇਕਿਨ ਤੁਸੀਂ ਇਹ ਕਹਿ ਦਿੱਤਾ ਹੈ ਕਿ ਥੱਲੇ ਸਾਡੀ ਜਮਾਤ ਨੂੰ, ਮਤਲਬ ਮੈਂ ਅਹਿਮਦੀ ਆ, ਜਿਹੜੇ ਬੰਦੇ ਨੂੰ ਸ਼ੱਕ ਹੈ ਉਹ ਆਪਣੇ ਦਿਮਾਗ ਮੇਰੇ ਨਾਲ ਚ ਮੁਨਾਫਕਤ ਨਹੀਂ ਨਾ ਹੈ। ਮੈਂ ਜੇ ਗੱਲ ਕੋਈ ਵੀ ਕਰਨੀ ਮੈਂ ਮੂੰਹ ਤੇ ਮਤਲਬ ਕਿ ਕਰਦਾ। ਕਿਹਨੂੰ ਮੈਂ ਸ਼ੱਕ ਇਹ ਹੈ ਮੇਰੇ ਨਹੀਂ ਵੀ ਉੱਤੇ ਕਿ ਕੱਲ ਤਾਂ ਮੈਂ ਬਹਿ ਕੇ ਇੱਥੇ ਮਾਂ ਭੈਣ ਸਾਰੀ ਇੱਕ ਦੂਜੇ ਦੀ ਕੀਤੀ ਹੋਏ ਤੇ ਅਗਲੇ ਦਿਨ ਇੱਥੇ ਬਾਕ ਵੀ ਹੁਣ ਚਲੋ ਇੱਕ ਮਜ਼ਜ਼ ਆਦਮੀ बैठा नहीं देखे जी मैं तो किसी को कुछ भी नहीं कहता जी, मैंने तो कुछ भी नहीं कहा किसी को। अच्छा अच्छा, इधर ही ले ले, ਮੇਰਾ इधर ਇੱਕ ही ले ले। ਸਵਾਲ ਮੇਰਾ ਜ਼ਿਆ ਇੱਕ ਸਵਾਲ ਸਾਹਿਬ ਉਹਨਾਂ ਨੇ ਅੱਜ ਨਾ ਇੱਕ ਮਿੰਟ ਅਲੀਮ ਸਾਹਿਬ ਨੇ ਆਂਦੇ ਸਾਰੀ ਕਿਹਾ ਸੀ ਕਿ ਅੱਜ ਥੋੜਾ ਮਾਹੌਲ ਨੂੰ ਠੰਡਾ ਕੀਤਾ ਜਾਵੇ ਹਾਂ ਤੇ ਮੈਂ ਮਾਜ਼ਰਤ ਕਰਨਾ ਚਾਹੁੰਦਾ ਅਗਰ ਕਿ ਮੇਰੀ ਵਜ੍ਹਾ ਤੋਂ ਕਿਸੇ ਦਾ ਦਿਲ ਦੁਖਿਆ ਹੋਵੇ ਤੇ ਉਹਨਾਂ ਦੇ ਆਪ ਰਿਕੁਐਸਟ ਕਰਕੇ ਸਾਰਿਆਂ ਨੂੰ ਬੁਲਾ ਕੇ ਤੇ ਮਾਜ਼ਰਤ ਕਰਨੀ। ਤੁਸੀਂ ਹੋਰ ਕੀ ਚਾਹੁੰਦੇ ਹੋ? ਇੱਕ ਮਿੰਟ ਹੋਰ ਖਾਨ ਕੀ ਸਾਹਿਬ ਚਾਹੁੰਦੇ ਕੀ ਹੋ ਸਾਡੇ ਕੋਲ ਤੁਸੀਂ? ਪਰਸੋਂ ਜਦੋਂ ਹੋਰ ਚੱਕ ਦਿਓ। ਮੈਂ ਜਦੋਂ ਪਰਸੋਂ ਕਹਿ ਰਿਹਾ ਸੀ ਉਦੋਂ ਨਹੀਂ ਸੀ ਅਸਰ ਹੋਇਆ ਵੀ ਤੁਸੀਂ ਟਲ ਜਾਓ, ਰੋਜ਼ਿਆਂ ਦਾ ਪਰ ਮਹੀਨਾ ਕੁਛ ਤੁਹਾਡੇ ਬੰਦੇ ਸਾਨੂੰ ਗਾਲਾਂ ਕੱਢਦੇ ਨੇ, ਗਾਲਾਂ ਮਰਜ਼ਾਈ ਕੱਢਣਾ। ਕਹਿ ਕੇ ਬੁਲਾਉਂਦੇ ਨੇ। ਤੇ ਫਿਰ ਇਹ ਤਾਂ ਨਾ ਕਹੋ, ਫਿਰ ਇਹ ਗੱਲ ਨਾ ਕਹੋ, ਫਿਰ ਇਹ ਗੱਲ ਨਾ ਕਹੋ ਕਿ ਅਸੀਂ ਤਾਂ ਬੜੇ اخلاق ਨਾਲ ਗੱਲ ਕਰ, ਫਿਰ ਕਹੋ ਵੀ ਜੋ ਕਰ ਰਿਹਾ ਸੀ ਵੀ ਉਹੀ ਐ ਕਹਿ ਲਓ। ਨਹੀਂ ਨਹੀਂ, ਅਬ ਦੇਖੇ ਸਰ ਜ਼ਿਆ ਬਾਈ ਹੀਟ ਆਫ ਦਾ ਮੂਮੈਂਟ ਹੋ ਜਾਂਦੀ ਹੈ ਗੱਲ, ਤੁਹਾਨੂੰ ਪਤਾ ਨਹੀਂ ਹੈ। ਦੇਖੋ ਜੋ ਹੋ ਅਤਵਰ ਗਿਆ ਇਹਦੇ ਹੋ ਗਿਆ। ਪਵਿੱਤਰ ਨਾ ਬਣ ਕੇ ਬੈਠੋ ਨਾ ਤੁਸੀਂ। ਇਹ ਫਿਰ ਇੰਜ ਨਾ ਕਹੋ ਹਾਜੀ ਨਮਾਜ਼ੀ ਅਸੀਂ। ਤਾਂ ਅਸੀਂ ਕਦੋਂ ਕਿਹਾ? ਅਸੀਂ ਤਾਂ ਤੁਹਾਨੂੰ ਕਿਹਾ ਉਹ ਸਾਨੂੰ ਕਿ ਕੋਈ ਮਾਜ਼ਰਤ ਸਾਨੂੰ ਕਰਨੀ ਕੋਈ ਹੈ। ਇੱਕ ਗੱਲ ਕਵੇ ਦੇਖੋ ਜਮਾਤੇ ਅਸੀਂ ਅੱਗੋਂ ਪੰਜ ਗੱਲਾਂ ਕਰਦੇ। ਭਈਆ ਵੇਖ ਲਓ ਕਿੱਡੇ ਪਿਆਰ ਨਾਲ ਗੱਲ ਕਰ ਰਹੇ ਨੇ, ਔਰ ਜ਼ਿਆਦਾ ਤੁਸੀਂ ਗੁੱਸੇ ਨਾਲ ਗੱਲ ਕਰ ਰਹੇ ਹੋ। अस्सलाम ਸਾਡੇ वालेकुम ਸਾਰੇ ਦੋਸਤ ਗੁੱਸੇ ਨਾਲ ਗੱਲ ਕਰ ਰਹੇ ਨੇ। ਜੀ ਜੀ, अस्सलाम वालेकुम अलीम पॉइंट मैं भी बैठे ਤੁਸੀਂ ਦੀਵਾਰ 'ਚ ਤਸਵੀਰ ਨਹੀਂ ਟੰਗੀ। ਬਿਸਮਿल्लाह ਬਿਸਮਿल्लाह ਬਿਸਮਿल्लाह। यार एक मिनट नासिर साहब ਨਾਲ ਗਲਤ ਕਰ ਲੈਂਦੇ ਹੋ ਯਾਰ। हाँ जी ਉਹ ਨਹੀਂ ਮੈਂ ਵੀ ਹੈ, ਤੁਸੀਂ ਸਮਝ ਰਹੇ ਹੋ ਦੀਵਾਰ 'ਚ ਤਸਵੀਰ ਟੰਗੀ ਆ ਤਾਂ ਆਪ ਹੀ ਤੁਸੀਂ ਲੱਗੇ ਨੇ महफिल जमाई है ਤੇ उस्मान भाई मैं आपकी सीट 2 मिनट ले लूं बस। जी जी भैया हाजिर है, ले लें आप सीट। मलक कैसा मैं साहब पर ਕੀ आपको ਕਹਿੰਦੇ देता ਹੋ? हूं, मैं ਗੱਲ ਕਰਨੀ ਹੈ ਤੁਸੀਂ ਤੇ ਫਿਰ ਉਰਦੂ ਚ ਕਰ ਲਓ ਕਿ ਹੋਰ ਬੰਦਿਆਂ ਨੂੰ ਹੀ ਸਮਝ ਆ ਜੇ। ਤੇ ਕੁਝ ਬੰਦੇ ਕਰਾਚੀ ਦੇ ਵੀ ਬੈਠੇ ਹੈਣਗੇ ਤੇ ਫਿਰ ਪਤਾ ਨਹੀਂ ਲੱਗਣ ਲੱਗਾ ਕਿ ਕਿਹੜਾ ਬੰਦਾ ਕਿਧਰੋਂ ਬੋਲ ਰਿਹਾ ਹੈ। ਉਰਦੂ ਚ ਗੱਲ ਅਸੀਂ ਵੀ ਟਿਕਟ ਖਰੀਦੀ ਹੈ, ਅਸੀਂ ਵੀ ਲਾਈਨ 'ਚ ਖਲੋਤੇ ਨੇ ਯਾਰ, ਸਾਡੇ ਪੈਸੇ ਜ਼ਾਇਆ ਕਰਾ ਰਹੇ ਨੇ ਤੁਸੀਂ ਯਾਰ। जी जी बिस्मिल्लाह बिस्मिल्लाह बिस्मिल्लाह। अलीम साहब अस्सलाम वालेकुम। भाई जी वालेकुम अस्सलाम अस्सलाम। ये बंदा हमारा ऑस्ट्रेलियन है भाई, हमारा पेटी भाई है, इसका इज्जत जो है हमारे इज्जत के बराबर है। ओ एक मिनट, खान साहब कोई आता है ना तो उससे बात करने दिया करें। ओए खान मेरा भाई है, रोरा सिंगल चाल दे अल्हम्दुलिल्लाह शुक्र। हुकुम से। यार एक भाई, सवाल, अभी तो काम कर रहे हैं यार, 4 बजे खत्म होगा सुबह। आप लोग सारा दिन बातें करते रहते हैं, मेरा एक सवाल है नासिर साहब से। जी मैं सिर्फ एक दरखास्त कर लूं, नीचे कुछ दोस्त गालियां निकाल रहे हैं बड़ी गंदी गंदी, तो इनको मैं सिर्फ ये कहना चाहता हूँ कि जब आपको यही गालियां पलटाई जाएंगी तो आप गुस्सा करेंगे। मैं कुत्ता होवे ते अभी भौंके ना ज़िया ते साहब हो नहीं मौजूद सकता है, ना। अभी हमारे साथ बड़े मुअज़्ज़ज़ गाली मत दे यार, ये जो गालियों वाले हजरत है, अभी गाली मत दे, गाली का पूरा मौका मिलेगा, पूरा बिल्कुल टाइम अलीम आएगा, साहब, मिल के गालियां देंगे। कुत्ता होवे ते भौंके आमन अली साहब चले जाए तो फिर आपको मौका दिया जाएगा। आमन अच्छा, अली साहब मेरा तशरीफ ले सवाल जाए, दे लो यार। आपको मौका दूंगा मैं। और सवाल ले लो यार। आमिर नज़ीर भाई बैठे हैं, मैं नासिर साहब से एक चीज समझना चाहता हूँ। नासिर साहब, आपके नजदीक क्या आप अपने मिर्जा साहब से इख्तलाफ कर सकते हैं किसी बात के ऊपर? क्योंकि हमारे लिए जो हुज्जत कायम की गई है वो अल्लाह ताला का कलाम, अल्लाह ताला की किताब और रसूलुल्लाह सल्लल्लाहु अलैहि वसल्लम की सुन्नत। तो इन दो हुज्जतों के होते हुए क्या आप मिर्जा साहब से किसी बात से इख्तलाफ कर सकते हैं? बस मेरा ये छोटा सा सवाल। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਸਾਡੇ ਵਾਸਤੇ ਉਜਰਤ ਕੁਰਾਨ ਔਰ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਹੈ। ਹਜ਼ਰਤ ਮਸੀਹ ਮੌਊਦ अलैहिस्सलाम ਨਾਲ ਇਖਤਲਾਫ ਕਰਨਾ, ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਨਾਲ ਇਖਤਲਾਫ ਕਰਨਾ ਇੱਕ ਹੀ ਗੱਲ ਹੈ, ਕੋਈ ਫਰਕ ਨਹੀਂ ਉਹਦੇ 'ਚ। हेलो, ठीक बात कर रहे हैं बिल्कुल। आप अगली बात करें कि मिर्जा साहब ने ऐसा क्या गलत काम किया है या ऐसी गलत बात की है कि जो ये लोग नहीं मान सकते उनसे, यानी जो आप आपकी बात को मैं छोटा कर देता हूँ कि मिर्जा साहब की की हुई बात को गलत करना जो है कुफर है इनके लिए। तो अगली बात करें। एक मिनट तो ठहरे ना भाई, वो तो कह दिया। मलक कैसर साहब, ਤੁਹਾਨੂੰ ਪਤਾ ਲੱਗਾ? आवाज आई?
हाँ जी, मुझे आवाज आ गई है। मैं बड़ा मैं आपका कह रहा जवाब हूँ कि जो रसूल अल्लाह सल्लल्लाहु अलैहि वसल्लम ने जिसकी बिशारत दी है उसका इनकार रसूल अल्लाह सल्लल्लाहु अलैहि वसल्लम का ही इनकार है, उसमें कोई फ़र्क नहीं। अमजद साहब थोड़ी सी मुझे बता दें कि रसूलुल्लाह सल्लल्लाहु अलैहि वसल्लम ने किसकी बिशारत दी थी? वो तो हाँ जी हजरत ईसा की बिशारत दी थी ना रसूलुल्लाह भाई, सल्लल्लाहु अलैहि वो तो आप एक वही कह रहे हैं कि जो हजरत ईसा अलैहिस्सलाम का इनकार करेगा वो रसूलुल्लाह सल्लल्लाहु अलैहि वसल्लम, वही कह रहे हैं वो बात। जिस वही तरह ये बात है करती ना। कि हजरत ईसा ने नहीं आना, मिर्जा साहब ने आना था, हाँ, वही बात कर रहे हैं, समझा करें। तो बात वही है ना कि मलक कैसर साहब कि अगर जो हमने आप नहीं मानते तो अलग बात है, लेकिन हमने जो माना है तो रसूल अल्लाह सल्लल्लाहु अलैहि वसल्लम के इरशाद के मुताबिक ही माना है। अगर उनका हम कोई इख्तलाफ करते हैं तो वो रसूल अल्लाह सल्लल्लाहु अलैहि वसल्लम का इख्तलाफ है, इसमें कोई बात करने वाली तो है ही नहीं, सेंस ही नहीं है को बनता। मेरा भी एक कैसे? सवाल है मलिक साहब आपसे। वसल्लम। जी सर। मुझे आपको मैं किसी भी सवाल का जवाब क्यों दूं? मैं आपको तबलीग करना चाहता ही नहीं हूँ। मैंने आप तो मेरे भाई मामे समझ के बच्चे हैं, मैं आपको जवाब दूं सवालों के? आपसे मुझे माजरत के साथ मैं आपको नहीं कह रहा, मैं मजमूई बात कर रहा हूँ, आपके लिए मखसूस नहीं कर रहा ये बात। मामे का आपकी बच्चा भी बात कजन ही होता है। अच्छा, आपकी बात बहुत अच्छी, आपने मैं बहुत मतलब अच्छी कि बात की। आपको मैं बड़े आराम से अल्फाज कर रहा हूँ। मैं समझ लें कि मैं इसमें सख्त लफ्ज नहीं बोल रहा, लेकिन इसको सख्त लफ्ज समझिए। आप होते हैं ना मुझसे सवाल के जवाब लेने वाले भाई। मैं आपसे सवाल कर सकता हूँ जब बरेलवियत कुफर के ऊपर, वहाबियों के ऊपर, देवबंदियों के ऊपर, किसी के ऊपर, तो उतना ही हक आपको है। जब आप मेरे सवाल के जवाब देना एंटरटेन नहीं करना चाहते तो आप मुझे सवाल करें क्यों? मैं करनी नहीं है आपको तबलीग। बहुत अच्छी बात है, बिल्कुल सही। मेरा नहीं कोई हक देता नहीं जवाब है बोल। किसी को। अच्छा मलक कैसर साहब, मेरा एक सवाल है तुम्हारे नाल। नहीं, तुसी पढ़े लिखे बंदे, एक मिनट ठहरो जी, एक मिनट ठहरो जी। नहीं 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 मेरा सवाल है, लेकिन ये थोड़ा रलीम साहब, नहीं 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 नहीं, एक मिनट ठहरा, चुप करे। मलक कैसर साहब, तुसी सुनिया बड़े ज़ाहिर समझदार आदमी हो। मलक कैसर साहब, नजूल का की मतलब होता है, मैनू समझा दियो। मैं जिसे तक समझा आसमान से नाजिल होना। मतलब सिर्फ आसमान तो नाजिल होने लिए नजूल हो सकता है, और नहीं कुछ हो सकता तुम्हारे नजदीक, ये गल है? और मुझे इतना ज्यादा इसके बारे में मैं दावे से नहीं कह सकता, लेकिन जहां तक मेरा नॉलेज है आसमान से नाजिल होना ही नहीं। जहां तक नॉलेज, अगर कोई मसला है तो जिया भाई से पूछ लेंगे बैठे। नहीं नहीं, मैं तुम्हारा पूछना चाहता था फिर। अच्छा ठीक हो, ठीक है। अब एक और बात को आगे बढ़ाते हैं थोड़ा सा। हमारे साथ ये जाहिद जमील साहब तशरीफ लाए हैं। जाहिद जमील साहब, आपने जो ऊपर लिखा अच्छा हुआ मैं है। थोड़ा देर काम में चले हैं। अलीम साहब अस्सलाम वालेकुम, क्या हाल है? वालेकुम जाहिद जमील साहब, कैसे मिजाज है? खैरियत से हैं? अलीम साहब पिंडू पता लगा ਤੁਹਾਡਾ ਖਰੂਜ ਹੋ ਗਿਆ। हाँ, मेरा खराज हो चुके है, तो थोड़ी मेरा तज़कियत भी करो। ਇਹ ਤਾਂ ਕੋਈ ਦੱਸੋ ਨਾ, ਤਜ਼ਕੀਏ ਉਹੀ ਅਫਸੋਸ ਕਰਨ ਨਹੀਂ ਆਇਆ ਮੈਂ, ਕੀ ਹੋਇਆ हाँ, वो बस वो कुछ मसाइल ऐसा पता चल गया से उन्होंने कि मेरा खराज हो चुका, उन्होंने पता चल गया कि मैं जाहिद जमील की सपोर्ट कर रहे हैं, तो ਉਹਦੀ वजह तो फिर मेरा खराज हो गया ਤੇ बड़ी दुख तकलीफ ਦੀ ਗੱਲ ਹੈ। ਤੇ ਮੇਰੀ ਗੱਲ ਸੁਣੋ ਤੁਸੀਂ, मेरे नाल भी कर लो, मेरा भी हो गया है। तुसी ਬਾਜਵਾ मैनू ਸਾਹਿਬ ਦਾ ਵੀ ਹੋਇਆ ਪਿਆ है, नासिर साहब ਦਾ भी यार बाजवा भाई, आपसे यार इज़हार अफसोस है भाई। अच्छा, तो मैं आपने ये मिर्ज़ाइयत कुफर और शिरक का गारा लिखा हुआ है। आप में का ताल्लुक मेरे ख्याल में अहले हदीस से है। ये मैं पक्का ऊपर लिख के लगा दूं कि अहले हदीस कुफर और काफर और या इस तरह के कोई अल्फाज लिख के लगा दूं, तो आपको बुरा तो नहीं लगा लगेगा? दो, कोई मसला नहीं, कोई बुरा कोई नहीं मसला नहीं, लगा दो बस ठीक ना, है। लगा दो, अभी लगा दो। बिल्कुल, तो मैं अगर होऊंगा तो मेरे को बुरा लगेगा ना। वो जो हवाला उस दिन लेके दोस्त फिर रहे थे कि बरेलवी समझते हैं कि आप वो चीज खाते हैं, वो भी आपको बुरा नहीं लगेगा? हाँ कोई मसला नहीं, ला दो जो लाना ला दो, कोई मसला मैं फिलहाल तो मैं शुरू करता हूँ। गलत बात है यार ये वाटर को आराम जो है क्यों नहीं आ रहा, मुझे ये बताओ वैसे पहले। ही कुछ लगा देता हूँ, ऐसे फिर मैं बदलता आप रहूंगा, लोग ऐसे- देखते हैं ऐसे यार आप ये लोग क्यों नहीं है? बुरा नहीं, करता ये आप देखें यार, ये वाटर को आराम जो है क्यों नहीं आ रहा। हाँ, मैं कह रहा हूँ कि वो आपके साथ जाहिद जमील साहब बैठे हैं, बड़े उम्दा शख्सियत है, उनको आराम नहीं आ रहा, तो इस तरह की चीजें फिर हम ऊपर लगा के रखा करेंगे, क्योंकि मैं भी यही इतना ही हक मैं लगा रखता के रखो। हूं जितना आप रखते हैं। कोई मसला नहीं, आला हजरत ने जो नहीं, फिर किया एक सही कादियानी अगर मुझे नीचे से गाली देगा फिर मैं सबको गाली दूंगा, उसने नीचे बकवास क्यों किया। हाँ हाँ, तो वो अगर आप गाली देंगे तो उसको भी उतना ही हक है आपको वापस गाली देगा। फिर मैं मिर्जा की माँ को चोद के इधर से अगर निकल जाऊं तो कोई भेड़ का लोड़ा मुझे रोक सकता है? इसकी ये मैं माँ को तरबियत है, चोद, ये कुत्ती का तरबियत बच्चा, है। हरामी गांडू भेड़ चोद, चुत्तू कादियानी किसको गांडू। गालियां दे रहे हैं आप?
आप किसको गालियां दे किसको रहे दे हैं? रहे हैं? मिर्जा की माँ की चूत को गालियां दे रहा हूँ, मुझे नीचे से गाली क्यों लिखा? अभी तो हम प्यार का सबक दे रहे हैं भाई कि प्यार से नहीं, ये नीचे इस बैंडचोद ने लिखा, इसको मना क्यों नहीं करते? गालियां ना निकालें भाई साहब। अभी हम क्या कह रहे थे शुरू से? मोहब्बत का सफर था। हम मोहब्बत का पैगाम दे रहे थे, अमन का पैगाम दे रहे थे। ये देखें अब वो फिर अमन ये का ऐसी पैगाम बढ़ बातें गया सारा। अब बढ़ आपको भी गया ये ना। गालियों को बंदा दे, ऊपर आगे बुलाऊं किसी को, वो आपको भी यही गालियां दे। क्या कहेंगे तराखेल साहब? अभी हमने देखिए बर्दाश्त किया आपको। आप लोग उसको म्यूट नहीं करते यार, मुझे म्यूट कर दिया बस। आप नहीं, बातें करो। ये ना यार, इसको क्या कहूं, इस अब बंदे का आप दिमाग ही थोड़ा यही वाली गालियां पढ़े तो फिर आपको बराबर है ना, कोई गुस्सा तो नहीं लगेगा ना आपको? आपके काबरीन को भी यही गालियां पढ़े तो आपको कोई गुस्सा लगना नहीं चाहिए, वैसे मेरे ख्याल है। क्यों तराखेल? अस्सलाम वालेकुम। वालेकुम सलाम। जट साहब हाँ सर। इतना लो नहीं ये बड़ा ठंडा है, ਇਹਨੂੰ ਗਾਲੀਆਂ ਦਾ ਕੁਛ ਨਹੀਂ ਪਤਾ, ਵੇਦੀ ਭੈਣ ਪੈ ਨਿਕਲ ਜੇ 2500 ਲੀਮ ਸਾਹਿਬ ਲਾਇਆ ਕਿਉਂ ਜੇ ਥੱਲੇ? आप चला गया, मैं ਤੇ ਇਹਨੂੰ ਲਾਇਆ, ਮੈਂ ਤੇ ਕਿਸੇ ਨੂੰ ਨਹੀਂ ਲਾ ਰਿਹਾ, ਮੈਂ ਤਾਂ ਪਿਆਰ ਦਾ ਪੈਗਾਮ ਲੈ ਕੇ ਬੇਟਾ। ਜੱਟ ਸਾਹਿਬ ਤੁਹਾਡੀ ਮੇਰੀ ਸਵੇਰ ਗੱਲ ਹੋਈ ਸੀ, ਇਹੀ ਗੱਲ ਹੋਈ ਸੀ। ਜੱਟ ਸਾਹਿਬ ਕਿੱਥੇ ਗਏ ਨੇ? जट साहब आप टोर गए ने। एक कोई बंदा उतार रहा है, चढ़ा रहा है बंदा। अच्छा एक मिनट, किसी को ना उतारें आप चढ़ाएं, अपने जितने भी मॉडरेटर मॉडरेटर्स हैं मेहरबानी करें। हम तो अमन का प्यार का पैगाम लेके बैठे हैं और सिर्फ ये चीज बताने की कोशिश कर रहे हैं कि देखें आप हमें ना तो रोटी देते हैं, ना ही आप हमें कोई पैसे देते हैं कि हम आपकी गालियां सुने। भाई और वालेकुम सलाम सलाम ताबई, खैरियत से हैं? ठीक है अलीम भाई, आप ये जो पठान आया था ये गालियां देता है, हमारी ब्राड पे भी जाता है, लेकिन हम इसको फिर हम तो गाली प्यार तक का आने सबक नहीं लेके देते बैठे हैं, लेकिन हैं? इनको कितनी देर हम प्यार देंगे? हम इसको उठा के, ये शूटर भी आपने ऊपर इसे बैठाया हुआ है, ये भी गालियां देता है इसको जाके बताया हुआ अपने शूटर को, शूटर गाली देता है? गालियां देता है, ये लिखता है जाके नहीं, गालियां। शूटर तो नहीं गाली देता। आप रात को आ जाना, शूटर मेरी तो नहीं ब्राड कभी पे गाली देता। ये गालियां आपने देता कभी है। शूटर की गाली सुनी है? हाँ जी मैंने सुनी, मैं आपको दिखा सकता हूँ सब कुछ। ये आप नीचे दिखा बैठ के सकते हैं, लिखता आपके है, हम पास है? इसको ऊपर नहीं देते। तो फिर आप देखें ना, हमारे अहमदी दोस्तों को इन बिठा कर इनसे आप गालियां निकलवाते हैं, ये सही बात नहीं। तो आज करते हैं, मैंने कब गाली निकाली है? राजा नहीं, लेकिन रजवान, मैं राजा जो इनसे है, गालियां नहीं राजा निकलवाता। राजा अभी जुनेद उस्मान साहब उसको लेके गवाह आया, हैं, उसने चीमा गालियां साहब दी गवाह उधर हैं, हमारे मलक दोस्तों कैसर साहब गवाह हैं, बाजवा साहब गवाह हैं। हम प्यार का पैगाम लेके बैठे थे, शूटर साहब भी प्यार से आए हैं। शूटर साहब भी गालियां नहीं देते मेरे ख्याल में। मैं आपको कैसे यकीन दिलाऊं, ये देता है। मैं आपको आज या रिकॉर्डिंग या स्क्रीनशॉट लेके आपको मैं भेज दूंगा। आपने अपने बंदों के भी स्क्रीनशॉट रखे हुए हैं जो गालियां देते हाँ हैं? जी, हम के साथ हमारा बंदा कोई भी गाली नहीं देता। अच्छा, ये अच्छा। ये हमारी ब्रांडों पे जाके गालियां देता है। अच्छा एक मिनट मलिक कैसर साहब, अभी आपने खुद ही देखा होगा कितनी देर से ब्रॉड चाह रही है, आप भी बैठे हुए हैं। वो बंदा गालियां दे के गया, हमने उसको रिटर्न में तो कोई गालियां नहीं दी ना। दी गाली हमने भी, नहीं, हम तो देते ही यही तो हमारा पेशेंस लेवल है ना कि हम बर्दाश्त नहीं, कर नहीं, सकते। हम तो देते नहीं। एक ने आपको कहा कि आप ऐसे हो गए, ये हो गए, मुझे हैं? मुझे मुझे हमने कभी आपको कहा कुछ? मुझे मुझे पूरा केस मलिक साहब की खिदमत में पेश कर लेने दें। मलिक साहब हमने शुरू किया, हाँ जी बिल्कुल, मैं आपके पास सबसे पहले आया। हमने प्यार का पैगाम दिया। गालियां बाजवा साहब ने दी, मैंने दी, नासिर साहब ने दी, नहीं, उन्होंने सीधी डायरेक्ट गाली। हाँ, ये जो है एक और है मेरे पास हवाला, वो आप लगाएं, इनको देखें फिर कितनी तकलीफ होगी। हैं लगाएं। इनकी किताबों में जो कुछ लगाएं, कोई मसला नहीं, लगाएं जो दिल करता है लगाएं जी। अलीम भाई लगाएं, आज खुली इजाजत है आपको, खुली इजाजत है, लगाएं जो लगाएं। फिर आपको बहुत ज्यादा आग लग जानी। उस दिन वो बाबर की हमने नहीं आग नहीं लगती भाई, तल्ला भाई सारी आगे उन्हें तकलीफ हो रही थी। हमारी जमात का तो ये शेवा ही नहीं कि आप लोगों को हम बहस करें और आपसे जवाब दें। जी अस्सलाम वालेकुम। बारी बारी बात सुने। हाँ भाई, मेरा और हाँ तला भाई, साहब का सवाल मुनाजरा करते तय करा दो जी। अच्छा, अब बात ऐसे है कि आपको तो बुरा नहीं लगेगा ये वाला हवाला, लेकिन ज़िया साहब को या कोई बरेलवी दोस्त को भी इस तरह की चीजें बुरी नहीं लगेंगी। आपका इजमा है, उनसे भी पता कर लें। पूछ ले जी, पूछ ले ज़िया भाई को, पूछ ले अगर बुरा लगे। चले, ज़िया साहब को नहीं लगी, किसी को भी नहीं लगनी चाहिए, क्योंकि ये उतना ही है जितना कि आप हमें कह रहे हैं, उतना ही आपको मैं वापस कह रहा हूँ। ये बुरा सलीम भाई जिस मकसद के लिए आए थे यार वो करो, अगर यही मकसद है आपका जो कर रहे हैं अभी सारे, तो फिर नहीं, नहीं, मकसद आप वो हजूर की तस्वीर लगाएं अलीम साहब, वो लगाए हैं हजूर की हम तो तस्वीर, प्यार ये का वो हटाना प्यार चाहते का हैं। पैगाम देने वाले हैं। मेरी हाँ और भाई बादशाह कौन से साहब हजूर की?
ये जो आपने अभी एक दफा बोला, मैंने कहा बिल्कुल ठीक है अलीम साहब, वेलकम है आपको, आप पठान को लेकर आए ऊपर, मैंने किया उससे कहा ये गाली निकालता है। हाँ जी, ये गालियां हर जगह जाके लगाता है, वो निकालता है। निकालता है, वो पठान है वो। ये शूटर आज चुप करके बैठा है, ये बात क्यों नहीं करता? चले कहा भाई, कोई बात नहीं, किसी ने गाली निकाल दी उसको खुद ही उल्ट के जाती है, तो माहौल खराब ना करें आप। शूटर चुप है तो आप क्या चाहते हैं? शूटर आपको गालियां निकाले? अलीम भाई, उस्मान साहब की कोई माइक का बात शूटर भाई एक मिनट यार, एक कोई गालियां नहीं निकाल सकता, ना हम खाते हैं। नहीं, मैं ये कह रहा था अलीम भाई कि उस्मान साहब ठीक कह रहे हैं कि जो नॉन सीरियल किलर्स हैं आपने ना लें, जो जिनका आपको ऑलरेडी, जैसे वो पठान है, राजा जवेद है, वो कितनी बकवास करता है इधर निकाले, हम किस को हम ड्रॉप करें? अब जो गुस्ताखी करेगा, जारी बात है, हमें जो गुस्ताखी लगती है हमारे मेरा करे जो भी ऐसे बात करता है। अब शाह शूटर जो है वो सीरियल किलर है, सीरियल के नहीं है। देखें आप देखें अलीम भाई बात सुने, आप प्रमोट कर रहे हैं लोगों को, तो फिर वो लोग गाली निकालेंगे। शाह शूटर को क्यों ले रहे हैं आप नाम उसका बार बार? नहीं, मैं नहीं ले अगर रहा। आप सुलह करने के लिए या आप माहौल ठंडा करने के लिए, तो वो काम करें यार, आपने वही काम करना है। हम तो पैगाम मोहब्बत दे रहे हैं। उस्मान भाई मुनाजरा कराओ 2 मिनट। कैसर भाई देखे, हम चुप आप बैठे हुए हैं तो बार बार ये आके चुके चाड़ने वाली गाले, फिर जहरी गाले चुके चाड़ सन, फिर उस दिन वाला काम हो जासी जड़ा कोई नहीं तानु चुके चाड़ रहा है, चुके चाड़ने क्या होता है, इसकी समझ नहीं आई। चुके चाड़ने क्या है? चुके चाड़ने का मतलब होता है कि किसी को उंगली दो तो चप्पे की जगह रखो। चुके चाड़ने कहते हैं इसको। हाँ जी, उंगली दे के अलीम भाई समझने मोहतरम ये चाहते हैं, मोहतरम ये चाहते हैं कि उस दिन जिस तरह तलत मलक की ब्रॉड पे काम डाला है उस तरह का काम हो जाए। वो हो जाए नहीं, वो होने नहीं देंगे ना। आप अभी छोटे हैं, आप इन टेक्निकल चीजों को नहीं समझते, बहुत कुछ हो सकता है। आप अगर बैठे हुए आराम से चुप करके बैठे हुए हैं, वो दोस्ती का पैगाम दे रहे हैं, हम अगर पहाड़ में चल जाता है, पहाड़ खोद देता है, ठीक है, तो छोटे मोटे ना करें, आप प्यार से बैठे। सर जी मेरा जायद जमील भाई आप नीचे उतर जाएं और यहाँ या डीपी चेंज कर दें यार, फिलहाल प्लीज है, गुजारिश आपसे। मैं भी इनको यही अर्ज किया। अभी आप चेंज कर दें, अभी आप चेंज कर देख लेना, वो एक बात करने के लिए आए हैं, कितनी वो अपनी बात पूरा उतरते हैं, पता चल जाएगा। अलीम साहब मेरा मुनाजरा तय करा दे प्लीज, मेरा मुनाजरा तय करा दे ताहा साहब के साथ। कल भी वो मौलवी जवेद ने हमारे सैफी साहब से मुनाजरा किया तो वो 5 मिनट में ही हार गया। मेरा मुनाजरा राव नईम से करवा दे, मैं बहुत शुक्रगुजार होऊंगा आपसे। 1 मिनट पर मुझे बात तो कर लेने दे। देखिए हम आपसे मलक साहब, हम आपसे कोई मुनाजरा नहीं करते, हम तो बात ही नहीं करते, इधर में आता ही नहीं आपकी अलीम साहब की बरात होगी। नहीं बात करते, ये दुरुस्त फरमा रहे हैं, लेकिन क्या मेरा मुनाजरा राव नईम से करवा पाएंगे? मैं करवा देता हूँ, पहले मुझे 1 मिनट उनसे बात तो कर लेने। वो नहीं करते बात, वो मुनाजरा नहीं करते हैं, उन्होंने कह दिया भाई। और हम आपको क्यों जवाब दें? पहली बात है हम आपसे मैं दूसरी आईडी तो आना हो तो मैंने चुके करें, मतलब कि रूहानी खजाना ये सवाल क्यों भाई, क्यों मैं नहीं करता? नहीं कैसर मलक, मैं अभी थोड़ी देर में ब्राड स्टार्ट होगी, जो आपने करना सवाल आके कर सकते हैं। क्यों करें सवाल? क्या मलक कैसर क्यों हमसे सवाल करे? मैं क्यों जवाब दूं? मलक जो भी इनके ज़हन में सवाल है, लेकिन ये गाली नहीं देनी, ये हम तो ये कई बार आते हैं, इन्हें उठाते ही नहीं है। तो जो मिर्जा साहब ने गालियां दी उनका क्या करेंगे फिर? भाई वो मैं आपको आपसे हम आपको जवाब दे नहीं है, हम आपसे आपको जवाब दे हैं ही नहीं आप जवाब दे नहीं, मैं एक बात कह रहा हूँ, बिल्कुल नहीं है। मिर्जा साहब ने कहा था कि जो मिर्जा साहब ने कहा था, मैं कह रहा हूँ अहमद रजा बरेलवी साहब ने ये कहा था, ये पकड़े आप अहमद रजा बरेलवी साहब को पकड़ ले, मैं तो अहले हदीस साहब ये चले अहले हदीस मनी खाते हैं, वो बताएं वो मिर्जा साहब मलक कैसर साहब कितने मिर्जा साहब ने गालियां कढ़ियां ने, तुझे ये तो दसो पहले। मिर्जा साहब ने कहा है जो बंदा मुझे नहीं मानता वो डिफेंसिव क्यों हो जाते हैं सारे, अहमदी दोस्त डिफेंसिव हो जाते हैं हर बात पे। ये हमसे बात ही नहीं कर सकते डिफेंस करने का। कैसर साहब किथे क्या है उन्होंने, वो जो कल आपको दिखाया नहीं था यार रसूल भाई ने, यार मैं फिर ਤੁਹਾਨੂੰ ਸਮਝਾਇਆ ਸੀ, मैं तो सोचा ਤੁਸੀਂ समझदार आदमी हो, ਤੁਸੀਂ ਤੇ ਨਾ ਉਹ ਪੜੋ ਆਪੋ ਛਿਕ ਛਕ के जी। उस्मान भाई नहीं मैं आपके मलक कैसर साहब पढ़े लिखे बंदे हैं, हमारा इख्तलाफ भी हुआ, लेकिन आपने मुझसे दूसरी बात की नहीं, मैंने भी आपसे नहीं की। अभी शाम जाके फिर गाली निकालना शुरू हो गए हैं।
हाँ तो ये ਉਹ ਯਾਰ देखे ना, ये ਕੁੱਤਾ रुकावटें ਮੇਰੀ ਗੱਲ मैंने ਸੁਣ आपको ਇੱਕ ਅਲੀਮ कहा। ਮੈਂ ਗੱਲ ਤੈਨੂੰ ਦੱਸਣਾ ਅਲੀਮ ਸੁਣ ਜ਼ਾਤ ਦਾ ਕੁੱਤਾ ਜਿਹੜਾ ਹੋਵੇ ਅਸਲੀ ਨਸਲੀ ਅਗਰ ਉਹ ਭੌਂਕੇ ਨਾ ਤੇ ਉਹਨੂੰ ਕੁੱਤਾ ਕੌਣ ਕਹੇ ਫਿਰ ਉਹ ਕੋਈ ਰੱਖਦਾ ਹੈ ਮੈਨੂੰ ਇਹ उस्मान ਦੱਸ भाई आप क्यों गिला करते हैं हमसे, क्यों गुस्सा ਮੇਰੀ ਗੱਲ करते ਸੁਣ हैं? ਓਏ ਅਲੀਮ ਮੇਰੀ ਗੱਲ ਸੁਣੀ ਆ हाँ सुनी है मैंने। ਅਗਰ ਜ਼ਾਤ ਦਾ ਕੁੱਤਾ ਤੁਸੀਂ ਲੈ ਕੇ ਆਓ ਤੇ ਉਹ ਭੌਂਕੇ ਨਾ ਤੇ ਉਹਨੂੰ कौन रखेगा फिर ये ਮੈਨੂੰ ਦੱਸ ये जो बातें देखिए, शाह ट्विटर पर आया था, उसने कोई बात नहीं थी कि उस वक्त आप लोग जो है फिर उसको कहेंगे तुम घर निकाल निकाल, फिर वो नीचे घर निकालेगा ना, फिर आप क्यों ऐसा कर रहे अलीम हैं? भाई देखिए, जब उस्मान बात ने खत्म अपनी करें खत्म करें, या उस्मान बात भाई दोबारा उस्मान भाई से। देखिए ना अलीम वो भाई बैठ के कैसी बातें कर रहे थे। अलीम भाई जी जी ये जो बिस्मिल्लाह। मनी खाने वाली जो बात आप कर रहे थे, जी ये कौन सी अली मनी है, लेडीज वाली या जेंट्स है? दोनों दोनों भाई, वो अलीम भाई भी इनकी किताब वहाबिया में लिखा हुआ है, हैं? दोनों। वो कहते हैं कि मनी वो की मसला जायज ये है, नहीं अपना लिखा, खाना नहीं भी लिखा, खाना है। में लिखा है, आप वो किसी इल्जाम किताब लगा। में लिखा है, सुनो वो सुनो, पहले मैं हवाला ये आपको जरूरी भेजता हूँ, आप नहीं है लगाएं उसे। मलिक कैसर, ये जरूरी नहीं है कि आप लोग ये काम करते हो और आपके सारे लोग आप मानते हो। आपके बारे में लिख दिया, आपकी किताब में लिख दिया, हमने रोना डालना है, हम डालते रहेंगे। फिर रोक लोगे आप हमें? फिर नौजुबिल्लाह ये जो नहीं रोकेंगे आप हमें। इन्होंने आप कलमा हमें रोक बनाया वो सकते हैं। उसमें मैं अहमद टेक्निकल रजा बात करूं, बरेलवी मलिक को को समझ ये आ रही है। बता भाई रहमतुल्लाह रुक कह जाए, रहे हैं। साहब रुक जाए, डिफेंसिव नहीं होना। मैं मलिक साहब जो बात करूंगा मेरी बात की समझ आ रही है। रोना डालना है, मैं डालता रहूंगा, दो उठा के डालते रहेंगे हम। रोना ही डालना है ना, समझ रहे बात को? तो इसलिए आप मुझसे सवाल करने के अहल नहीं है और आपको कोई अथॉरिटी नहीं है। क्या मुझसे अलीम भाई डिस्कस करें? क्यों अलीम करें भाई आप? मुझे मैं नहीं 30 सेकंड दे, 30 सेकंड दे, सिर्फ 30 सेकंड। जी ठीक है, आपसे पहले भी ना अहमद जाट ने ब्रॉड लगाई थी शिरक के ऊपर। ठीक है, मैं उसकी ब्रॉड पे गया था और मैंने उसकी हाँ में हाँ मिलाई थी। जो वो बात कर रहा था बिल्कुल ठीक कर रहा था। जब आपने ब्रॉड स्टार्ट की थी ना उस दिन, तो उसी टॉपिक पे की थी, लेकिन आपकी ब्रॉड को किस हद तक किस जगह पे ले गए, या आप खुद लेके गए या आपके दोस्त लेके गए, या मुझे नहीं वल्लाह आलम क्यों वो हुआ। ठीक है, आप उसी बात पे स्ट्रिक्ट रहे कि ये बात है, ये टॉपिक है, जिस मर्जी ग्रोह के अंदर है, जिस मर्जी किताब में लिखा है, आप वो हवाला पढ़ें, वो बात करें, कोई इतराज नहीं है। जो उस दिन हुआ ना, वो किताबों में नहीं लिखा हुआ था, वो दिमागों के अंदर लिखा हुआ था, और जो दिलों में नफरत है ना, वो बता रही थी। हाँ, आप टॉपिक पे रहें, लेकिन इसका पेश करें, सेहरा जो पता मर्जी किसको करें। जाता है? इसका सेहरा सुनने किसको जाता है? इसका सेहरा जाता है आपके दोस्तों को। उस दिन ज़िया रसूल जो बात कर रहे थे ना, ज़िया रसूल साहब ठीक बात कर रहे थे। आपको मैं ये भी बता दूं, उस दिन ज़िया रसूल साहब पहले दिन बात कर रहे थे, वो ठीक कर रहे थे, लेकिन उसका सेहरा देख लें। उसका सेहरा ये है कि आपको लगता है कि हम थूक वाली कढ़ाई खाते होंगे? बताइए, मतलब कैसर साहब आपको लगता है हम थूक शहद, मतलब कि मुबालगा राई की इंतहा देखिए, उंगली लगाने को, तबर्रक करने को, उसमें थूक डाल के आप लोग मशहूर कर रहे हैं। मुझे अब थूक मंचूरियन मैं खाता हूँ, आपको लगता है ये, या मिलता है हमें? नहीं, ऐसी तो मुबालगा है ना, ये मुबालगा है ना। आपके ये जो भी मोहम्मद जाहिद साहब आए थे, जिनको बड़ी इज्जत से मैं ऊपर बुला रहा था, इनका टेक्स्ट मुझे आया हुआ है। क्या यही अल्फाज भी मैं बोल रहा हूँ, थूक कढ़ाई, थूक मंचूरियन। अलीम साहब, ये आपको लगता है कि मैं इस बंदे को लिबर्टी लूंगा? मैं तो कान पे लगाऊंगा, नीचे सामने आएगा तो। और अलीम भाई आपको याद होगा, दो तीन दिन पहले मैंने हुसैनी साहब की ब्रॉड यही मैं बात बताऊंगा, तो मैं आपकी इज्जत क्यों करूं? मतलब कि आप लोग मुझसे पैसे में तगड़े हो? नहीं, वो तगड़े मुझसे, आपके मेरे से तगड़े नहीं हो आप लोग। क्या आप लोगों को उर्दू ज्यादा आती है? उतनी आती है मुझे भी जितनी आपको आती है। तो फिर मैं क्यों आपसे बात करूं? समझ रहे मेरी बात को? बात आपकी बिल्कुल सही है। मतलब कि मैं मेरे पास ये इस तरह के बंदे आके मुझे थूक कहेंगे, जो कि मुबालगा है। सच है तो फिर मैं सुनूंगा। अगर आप मुबालगा कर रहे हैं और उसको आप ट्रेंड चला रहे हैं, उस पे आप ट्रेंड चला रहे हैं, और इस तरह के बंदों को मैं काम पे न रखूं? मैं वाकई में ये मैं झूठ नहीं बोल रहा, मैं सच कह रहा हूं। हम काम पे रखने से पहले भी इंटरव्यू करते हैं। अगर वो बंदा मुझे मैसेज करे और मेरे सामने मुझे ये कहे, मुझे ह्यूमिलेट करे, ना सिर्फ मुझे करे, मेरी जमात के हर बंदे को करे। अभी इधर बाजवा साहब मौजूद है, बाजवा साहब कहाँ पे गए हैं? अच्छा अलीम भाई, मैं थोड़ा सा इसमें ऐड करूंगा। कैसे सब जरूर कीजिएगा। बाजवा साहब तशरीफ फरमाए ऊपर। मलिक साहब, मैं आपके लिए बात कर रहा हूँ ये, और उस्मान के लिए। उस्मान समझदार बंदा है, और आप दोनों भाइयों के लिए बात कर रहा हूँ। बाजवा साहब जी जी, आप ह्यूमिलेट होते हैं, इंसल्ट फील करते हैं जब ये आपके बिल्कुल सर, फील करते हैं, क्यों नहीं करते? तो इनकी क्या इनको अथॉरिटी है कि ये इस तरह की बात करें? इनकी कोई अथॉरिटी नहीं है इनको बात करने। क्या वो हक आप महफूज रखते हैं? नहीं सर, बिल्कुल रखते हैं ना अपने आप वो हक महफूज। आप, मैं भी वो हक महफूज रखता हूँ कि मैं भी इनको वही बात करूं।
جی جی بالکل ملک صاحب یہ نکتہ ہے، عثمان صاحب یہ نکتہ سمجھیے. ٹھیک ہے. عثمان صاحب نے دیکھے نا آج زاہد جمیل کو بھی منع کیا ہے کہ بھئی اپنی ڈی پی بدلو یا اتر جائے، اور دوسرا وہ جو وہ چلا گیا نا بھائی، وہ چلا گیا، اس نے اپنی ڈی پی چینج کر دی ہے، وہ آ گیا دوسری. مطلب کہ بڑا مجھے اچھا لگا کہ اگر عثمان نے فوراً طور پہ یہ کہا کہ یار یہ مانو کہ ہمارے جو مسالے کے ہماری 1000 نکل آئیں گی، وہ تعداد بہت زیادہ ہے، تو اس کا کچھ نکلنا نہیں. یہ عجیب سا ایک ہیوملیشن کے علاوہ کوئی جماعت احمدیہ کا کوئی ایسا آدمی نہیں ہے کہ جو پہلے گالی کسی کو نکالے. نہیں، میں گالی کی بات نہیں کر رہا تھا، میں وہ بات کر رہا ہوں جو یہ ہم پھر بھی سنتے ہیں اور دعائیں دیتے ہیں آپ لوگوں کو. اس طرح کے جو یہ بزرگوں، مجھے ہی پتا ان بھائی کی کیا ایج ہے، یہ ٹی ایچ پتہ نہیں کیا 139 کی ایج ہے. جب آپ یہ بات کرتے ہیں نا کہ ہمارے بندے نہیں کرتے پہلے تو ان کے بندے پہلے کرتے ہیں، آپ ایسا کیا کریں کہ دونوں طرف سے ہوتا ہے، اسے کریں. دونوں طرف سے ہوتا ہے. آپ یہ کہیں کہ دونوں طرف سے ہوتا ہے. اچھا اب نا مسئلہ یہ ہے کہ یہ جو کام شروع ہو چکا ہے اس کو آپ روک نہیں پائیں گے. ابھی نیچے کومنٹس میں دیکھیے آپ کو یہ مبالغہ ملے گا، اور یہی مبالغہ میں نے اس دن پوچھا تھا آپ دوستوں سے جا کے، باری باری میں نے ہر بورڈ پہ پوچھا تھا کہ اگر یہی مبالغہ انہی الفاظ میں آپ لوگوں کو کال کروں، مجھے آپ نہیں روکنے کے اہل ہیں، آپ مجھے نہیں روک سکیں گے. کیوں بھلا؟ کیونکہ آپ جو کام کر رہے ہیں مبالغہ کر رہے ہیں. اب تھوک منچورین یہ کیوں کہہ رہا ہے مجھے زاہد جمیل کیوں کہہ رہا ہے؟ کلیم بھائی میں ایک چھوٹی سی اس میں بات کروں گا کہ آپ نے نوٹ کیا ہوگا میں ایک دن بھی ایک سیکنڈ کے لیے بھی نہ اس طرف آپ کی طرف آیا ہوں جب یہ اس طرح کی گفتگو چل رہی تھی، نہ میں چیمہ بھائی ایک منٹ، چیمہ بھائی مجھے ایک منٹ دیجیے گا صرف. ایک ڈسٹنس میں نے کیا. جی عثمان لیم بھائی، جو براڈوں پہ ہوتا ہے مرزا صاحب کی ذات کے اوپر، ان کے خاندان کے اوپر، ان کی نجی زندگی کے اوپر، ان کی وفات کے اوپر، ٹھیک ہے، یہ کہ تھوک منچورین اس سے زیادہ بری بات ہے. میں بتاؤں مبالغہ ہے، یہ مبالغہ ہے، وہ بھی مبالغہ کرتے ہیں. ہمیشہ ہم ایک بات کرتے ہیں، جب بھی ہم بات کرتے ہیں حاشیہ آرائی اور مبالغہ کرو گے ریاکشن آئے گا. جب وہ مرزا صاحب کی ذات کے اوپر مبالغہ آرائی کرتے ہیں تو ہمارے دوست بھی فتاویٰ کھولتے ہیں، ادھر سے بھی وہ آپ کو حاشیہ آرائی کرتے ہیں آپ لوگوں کے اوپر. آپ یہ نظام پہ بات کرو گے، آپ یہ تھوکوں پہ بات کرو گے، ہمارے دوست منی پہ بات کریں گے. جیسی جی علیم صاحب میں نے اس دن بھی آپ کو کہا تھا یہ کام ٹھیک نہیں ہے، روک لیں. اگر آپ کو زیادہ شوق ہے نا تو پھر یہ رمضان شریف گزرنے دیں، آپ اس پہ زور لگا لیں، ٹھیک ہے. یہ منی جو دن رات کرتے رہے، میرے پاس بھی ہیں منی کے حوالے، میں بھی کر لوں گا، نکالوں گا بھی مرزا صاحب کے حوالے رہ گئے. مرزا صاحب کے نکالنے بھی میں نے مرزا صاحب کیے ہیں، تو پھر دیکھ لینا پھر ہونا کیا ہے ادھر. اب دیکھیے ضیاء صاحب یہ چیز آ جاتی ہے دھمکی کے زمرے میں، جانوروں کے پیشاب کے بھی میرے پاس میں نے کل نکال کے رکھے ہوئے. یہ چیز آ جاتی ہے دھمکی کے زمرے میں میرے دوست. لیکن دھمکی نہیں، میں تمہیں سمجھا رہا ہوں کہ یہ کام کرنا ہے تو ہمیں کون سا یہ نہیں کرنا آتا. آپ لوگ آلریڈی کر رہے ہیں، آپ کو پتہ نہیں ہے. آپ کے بھائی آپ کو پتہ نہیں ہے کہ ایک صرف خالی یہ پتہ نہیں کہاں سے کوئی پرچی اٹھا کے لے آئے ہیں منی کی. ادھر تو پورا یہ پرچی نہیں ہے، یہ پرچی نہیں ہے ضیاء صاحب، یہ بالکل آپ کی کتابوں میں لکھا ہے. پرچی کہاں سے آ گئی ہے؟ چلو ٹھیک ہے، میرے پاس پورا جگ بھرا ہوا منی کا. آپ کس خوش فہمی میں ضیاء بھائی مبتلا ہیں؟ پیتے ہیں کہ نہیں؟ پورا جگ بھرا ہوا میں نے نکالا، مرزا صاحب کا نکالا ہوا ہے میں نے. میں آپ کو دکھاؤں گا رمضان شریف گزرنے دیں. وہابیہ جو ہے اس میں دیکھو صحیح باجوہ صاحب آپ نے بڑی غلط بات کی. برداشت کر لینا تسی. نہیں انہوں نے غلط بات کی ہے نا. حوالہ آپ کو دے دیتا ہوں، ڈر گئے جی وہ کہہ آپ رہے کو میں ہیں لگا کے دیتا ہوں حوالہ کتاب وہابیہ. دیکھیں ہم نے صرف ایک حوالہ لگایا ہے، صرف آپ عثمان بھائی صرف ایک حوالہ لگایا ہے، اور اس سے ہی آپ کو وہ اتنی تکلیف ہو گئی ہے. میں صرف آپ کو بھائی قسم لے لیں کوئی تکلیف نہیں. سانو کوئی تکلیف نہیں بہت ہوئی، تکلیف ہوئی ہے، ہمیں پتہ لگا ہے 3-4 دنوں سے ہم نے اسی دیکھا. یہ کہہ رہے ہیں کہ یار ایسے جو نکلنا کچھ نہیں. اسی بھی کام پھر شروع بھی کر ہم نے دیں جو گے. ہے نا پھر بھی بھائی میری بھی سن لو، تکلیف سانو کوئی نہیں ہو رہی. اسی اتنے ٹائم جڑا دن رات لانے اسی کہنے ہیں کوئی یوزفل گفتگو ہوئے، کوئی فائدہ ہوئے، اینا جو کچھ نہیں نکلنا. میں تو علیم صاحب نے ہوں کیا بھی جو کھ نہیں نکلنا سی تو میرے سانو کوئی بھی ٹھنڈ نہیں ہے، جنہیں مرضی لائی رکھو. علیم بھائی یہ زیاد صاحب کی گل میں بالکل تصدیق کر رہا تھا کہ لوگ بیٹھے ہوئے کسی کو واقعی یقین کریں کوئی فرق نہیں پڑا. وہ بات ٹھیک کریں کہ علمی گفتگو ہو جائے، عقائد کا علمی گفتگو. میرے صاحب پہ بات کرنا چاہتے ہیں میرے ساتھ ضیاء صاحب، ہمارے ساتھ ضیاء صاحب آپ مرزا صاحب پہ علمی گفتگو ہم سے کرنا چاہتے ہیں؟ یار جس پہ مرضی ٹاپک پہ کر لیں وہ الگ بات ہے ایک، لیکن یہ کام جو ہو رہا ہے نا اس سے کچھ بھی نہیں نکلنا. ہماری طرف سے صاف چٹا جواب ہے، وی آر ناٹ انٹرسٹڈ.
भैया आपकी तरफ से जवाब है। आप तो मिर्जा साहब से भी आपने हाथ धो के बैठे हुए हैं, तो आपसे तो बात ही नहीं हुई। नंबर 2 मेरी बात सुन लें। नंबर 2 आप हम तो उससे बात करेंगे जो मिर्जा साहब को मानता हो, आपसे बात ही नहीं हुई। आप मेरा फिक्रा क्यों नहीं मुकम्मल होने दे रहे? मैं कब से कोशिश कर रहा ये हूं। फिक्रा मुकम्मल, बल्कि नहीं, जुमला है बड़ा कीमती, करोड़ रुपए का जुमला पेश करने का। आपको किसने कहा कि वो मिर्जा साहब को नहीं मानते? वही बात, फिर वही हमारी जमात में जो भी होता है वो एक भलाई के लिए होता है। नहीं जाना, आपने डिफेंसिव उनको नहीं होना। अभी चीर के देखा है कि वो मेरे अहमदी नहीं प्यारे दोस्त, अभी डिफेंस पे नहीं जाना, आपने डिफेंस नहीं करना, रुक जाएं। दूसरी बात, ज़िया साहब आप बार बार ये फरमा रहे हैं कि हम भी ये बात शुरू करेंगे। आपको कोई गलत फहमी है कि आप मुझे ये धमकी दे सकते हैं कि आप भी वही काम करेंगे? आप रुके रुके, बोलना नहीं भी, बोलना नहीं। वो इसलिए कि आपके दोस्त, आपके भाई, आपकी ब्रॉड्स पे ये काम पहले दिन से चल रहा है और आपने शुरू नहीं करना, आपने उसके साथ शामिल होना है। सिर्फ फिक्रा पर आप दुरुस्ती कर लीजिए। आपके दोस्त हर वक्त ये बात कर रहे हैं और आपके उस्ताद मोहतरम कई सालों से ये काम कर रहे हैं, आपको शायद पता नहीं है। आपके मैंने कहा अलीम साहब, इसमें मुझे कोई शक नहीं है कि आपको इससे कोई मसला नहीं है, मुझे पहले ही पता है। हाँ, तो आपने सिर्फ शामिल आपको होना इससे जरा भी मसला, ये तो मुझे पहले ही पता है। वो आपको फिर पता होगा, आप बेहतर जानते हाँ हैं। तो मुझे तो पता है ना, लोगों को जरूर बताना है। इसलिए मैं कह रहा हूं आपको कि आप ये बिल्कुल बात जरा मान भी लें। फर्क नहीं इससे पड़ता। मेरे मुखातब वो लोग हैं जो मिर्जा साहब को मानते हैं, उनको फर्क पड़ता। ना कहें कि आप शुरू करेंगे, आप लोग शुरू कर चुके हैं। अब आपने सिर्फ हौसले से, आराम से ये कैप्सूल निकलना है। ठीक है, बिल्कुल सही है। आप जो है वो कैप्सूल जो है ना, वो उसकी डोज बढ़ाएं, हम भी ईद के बाद कुछ आप हमें दवाई शुरू डोज करते बढ़ा हैं, ठीक दें, है? हम तो राजपथ दोनों से मिलके अब बस तो बंदूक आपके कंधे पे रख लेंगे हम, और फिर फायरिंग हमने आपको पता किधर करनी है। मैंने कहा मेरे कंधे पे बंदूक रखें, ये गलत फहमी है। नहीं, जिया रसूल साहब, ये रमजान के बाद की धमकी हमें आप क्यों दे रहे हैं? हम भी इसी का इंतजार कर रहे हैं कि रमजान खत्म हो तो फिर ठीक है, देखा जाएगा आप क्या कर सकते हैं। आपसे एक दिन पहले जाके क्या पूछा था? जिया भाई आया मेरे में, मुझे ये हक है कि मैं इसी तरह यही बातें मिर्जई, जो मुझे मिर्जई के उसको मैं ओए बरेलवी कह के बुलाऊं, जो मुझे ओए मिर्जई कहे। भाई मैं तो बिल्कुल इस बात के खिलाफ हूँ कि कोई आपको मरजई कहे। मैं तो लोगों को मना करता हूँ अब तो फिर मसला इसको कहाँ पे आ मरजई गया? नहीं कहना, जो ये मुझे मरजई है ही नहीं, इसको क्यों आपको मरजई कहें कोई? मेरा वही बात कर रहे हैं ज्यादा, तुम पहले चेक कर लो, अपना को मौकफ वाजे तौर पे करो। वो भाई मैं वाजे कह रहा हूं, मैं तो ਤੁਹਾਨੂੰ समझदा ही नहीं कि तुसी को मरजई हो। ठीक है, हम नहीं मरजई, लेकिन हम कर रहे हैं, मैं बाकियां नहीं कर रहा। हम है भी नहीं है ज़िया साहब, हम है भी नहीं है, आप समझे ना समझे। कुछ हमारा तल्लक जमात अहमदिया से है। जी जी बिल्कुल, ये समझे जो मर्जी समझ लीजिए, जो मर्जी। हमारे हज़रत मिर्जा गुलाम अहमद साहब मसीह मौद महदी मौद हैं। बिल्कुल। ਇਹ ਕਿੱਥੇ ਲਿਖਿਆ ਹੈ ਜੀ? ਕਿੱਥੇ ਲਿਖਿਆ ਤਾਂ ਤੁਹਾਨੂੰ ਫਿਰ ਸਾਬਤ ਕਰ ਦਿੰਦੇ ਆ ਕਿੱਥੇ ਲਿਖਿਆ ਹੈ। ਦੱਸੋ ਕਿੱਥੇ ਲਿਖਿਆ? ਆ ਜਾ ਕੇ ਤੁਹਾਡੀ ਗੱਲ ਹੀ ਇਹ ਆ ਜਾਂਦੀ ਕਿੱਥੇ ਲਿਖਿਆ ਹੈ। ਉਹ ਤਾਂ ਬਿਲਕੁਲ ਲਿਖੀ ਇਹ 1400 ਸਾਲ ਪਹਿਲਾਂ ਹਜ਼ੂਰ ਦੀ ਪੇਸ਼ਗੋਈ ਦੇ ਮੁਤਾਬਕ ਲਿਖਿਆ ਹੈ। ਅਸਤਗਫਿਰullah ਅਸਤਗਫਿਰullah। ਹਾਂਜੀ, ਅਸਤਗਫਿਰullah। ਇਹ ਕਰਨ ਵਾਲੀ ਕਿਹੜੀ ਗੱਲ ਹੈ? ਜਿਹੜੀ ਪੇਸ਼ਗੋਈ ਚ ਅੱਲਾਹ ਦੇ ਬੰਦੇ ਝੂਠ ਤਾਂ ਨਾ ਇਹ ਕਹੋ ਅਸੀਂ ਮੰਨਦੇ ਆ ਉਹਨਾਂ ਨੂੰ, ਝੂਠ ਤਾਂ ਨਾ ਅੱਲਾਹ ਦੇ ਰਸੂਲ ਤੇ ਨਾ ਝੂਠ ਬੋਲੋ। ਇਹ ਕਹੋ ਕਿ ਅਸੀਂ ਮੰਨਦੇ ਆ ਮਿਰਜ਼ਾ ਸਾਹਿਬ ਨੂੰ, ਮਸੀਹ ਮੌਜੂਦ ਜੋ ਵੀ ਅੱਲਾਹ ਦੇ ਰਸੂਲ ਤੇ ਨਾ ਝੂਠ ਤੁਹਾਨੂੰ ਕਹਿੰਦੇ ਤੁਸੀਂ ਮੰਨ ਲਓ। ਇੱਕ ਮਿੰਟ ਯਾਰ, ਬਾਜਵਾ ਸਾਹਿਬ ਤੁਸੀਂ ਤਬਲੀਗ ਕਰਨਾ ਚਾਹੁੰਦੇ ਹੋ ਯਾਰ ਰਸੂਲ ਮਲਕ ਕੈਸਰ ਨੂੰ? ਬਿਲਕੁਲ ਨਹੀਂ, ਬਿਲਕੁਲ ਨਹੀਂ। ਤਾਂ ਸਾਹਿਬ ਤੁਹਾਨੂੰ ਤਬਲੀਗ ਜ਼ਿਆਦਾ ਆਈ ਹੈ ਹੁਣ ਇਸ ਟਾਈਮ? ਹਾਂ ਤੇ ਫਿਰ ਉਹ ਮਿਰਜ਼ਾ ਮੈਂ ਸਾਹਿਬ ਬਿਲਕੁਲ ਨਹੀਂ ਕਰਨਾ ਚਾਹੁੰਦਾ। ਅਸੀਂ ਇਹਨਾਂ ਦੇ ਬਾਰੇ ਚ ਪੁੱਛਣਾ ਚਾਹੁੰਦੇ ਹਾਂ ਕਿ ਦੱਸੋ ਇਹ ਸਾਹਮਣੇ ਕੀ ਕਿਤਾਬ ਹੈ ਸਾਡੀ ਤਫਸੀਲ ਉਸ ਵੇਲੇ ਅਗਲਾ ਵਾਲਾ ਲਾਈਏ ਅਸੀਂ ਹਦੀਸ ਲਗਾਓ ਜਾਂ ਆਹੀ ਕੰਮ ਕਰਨਾ ਬਹਿ ਕੇ ਤੇ ਦੱਸ ਦੇ ਮੈਨੂੰ, ਮੈਂ ਟੁਰ ਜਾਣਾ ਪਿੱਛੋਂ ਬੈਕ ਕਰ ਦੇ। ਨਹੀਂ ਮਿਰਜ਼ਾ ਸਾਹਿਬ ਦੀ ਕੋਈ ਗੱਲ ਨਹੀਂ ਹੋਣੀ, ਮਿਰਜ਼ਾ ਸਾਹਿਬ ਦੇ ਅਸੀਂ ਕੋਈ ਤਬਲੀਗ ਨਹੀਂ ਕਰਦੇ ਭਾਈ, ਅਸੀਂ ਤਬਲੀਗ ਕਰਦੇ ਨਹੀਂ, ਅਸੀਂ ਕੋਈ ਤਬਲੀਗ ਨਹੀਂ ਕਰਦੇ। ਹਾਂ ਅਸੀਂ ਤੁਹਾਡੇ ਕੋਲ ਪੁੱਛਣਾ ਚਾਹ ਰਹੇ ਹਾਂ ਇਨਕਲਾਬੁਲ ਹਕੀਕਤ ਕਿਹੜੀ ਆ ਜਾਓ ਫਿਰ, ਮਿਰਜ਼ਾ ਸਾਹਿਬ ਦੀ ਤਬਲੀਗ ਨਹੀਂ ਕਰਦੀ ਤੇ ਆ ਜਾਓ ਫਿਰ ਮਿਲ ਕੇ ਮਿਰਜ਼ਾ ਸਾਹਿਬ ਦੇ 4 ਹਰਫ ਪਾ ਦਿੰਨੇ ਤੇ ਅਸੀਂ ਤੁਹਾਨੂੰ ਪਾਉਂਦੇ ਰਹੇ, ਪਾਉਣ ਵਾਸਤੇ ਬੈਠੇ ਹਾਂ ਇਨਸ਼ਾਅੱਲਾ। ਨਹੀਂ ਮਿਰਜ਼ਾ ਸਾਹਿਬ ਨੂੰ ਜੋ ਕੱਢ ਦਿੱਤਾ ਤੁਸੀਂ ਆਖਿਆ ਸੀ ਮਿਰਜ਼ਾ ਸਾਹਿਬ ਤੇ ਗੱਲ ਹੀ ਅਸੀਂ ਤਬਲੀਗ ਕਰ ਲਈ ਨਹੀਂ, ਅਸੀਂ ਨਹੀਂ ਮਿਰਜ਼ਾ ਸਾਹਿਬ ਦੀ ਮੁਖਾਲਫਤ ਕਰਦੇ ਜਿੰਨਾ ਤੁਸੀਂ ਲੱਗੇ ਹੋ ਕਰਨ। ਕਰਨਾ ਚਾਹੁੰਦੇ ਹੋ ਗੱਲ ਤੇ ਕਰ ਲਓ ਇਹਨਾਂ ਦੇ ਨਾਲ। ਯਕੀਨ ਕਰੋ ਅਲੀਮ ਸਾਹਿਬ, ਇੰਨੀ ਤੇ ਅਸੀਂ ਮੁਖਾਲਫਤ ਨਹੀਂ ਕੀਤੀ ਜਿੰਨੀ ਥੋੜੇ ਦਿਨਾਂ ਤੁਸੀਂ ਸ਼ੁਰੂ ਕੀਤੀ ਮਿਰਜ਼ਾ ਸਾਹਿਬ ਦੀ। ਅਸੀਂ ਗੱਲ ਕਰਨਾ ਨਹੀਂ ਚਾਹੁੰਦੇ ਮਿਰਜ਼ਾ ਸਾਹਿਬ ਦੇ ਉੱਤੇ। ਸਾਨੂੰ ਵੀ ਕੁਰਾਨ ਮਜੀਦ ਦੀ, ਕੁਰਾਨ ਹਦੀਸ ਦੀ ਗੱਲ ਸੁਣਾਓ, ਕੋਈ ਨਾਤ ਨੂਤ ਸੁਣਾਓ, ਨਾਤ ਸ਼ਰੀਫ ਸੁਣਾਓ। ਸਾਨੂੰ ਇਹ ਦੱਸੋ ਕਿ ਇਨਕਲਾਬੁਲ ਹਕੀਕਤ ਕੀ ਚੀਜ਼ ਹੈ, ਇਹਦੇ ਵਿੱਚ ਇਹ ਫਿਕਰੇ ਲਿਖੇ ਨੇ ਸੱਚ ਹੈ ਕਿ ਝੂਠ ਹੈ, ਇਹ ਮਕਾਓ। ਅਸੀਂ ਅਗਲਾ ਵਾਲਾ ਲਾਈਏ ਤੁਹਾਡੇ ਵਾਸਤੇ ਤਿਆਰ ਹੈ। ਇਹ ਇੱਕ ਬਾਤ ਜੋ ਹੈ ਨਾ वो हो ਰਜ਼ਾ ਖਾਨੀਆਂ ਕੀ ਹੁੰਦੇ ਨੇ ਇਹ ਦੱਸੋ ਸਾਨੂੰ, ਅਸੀਂ ਹੋਰ ਕੋਈ ਗੱਲ ਨਹੀਂ ਕਰਦੇ। एक बात ऑलरेडी हो चुकी है, इन्होंने कहा कि हमने रसूलुल्लाह सल्लल्लाहु अलैहि वसल्लम के फरमान के मुताबिक मिर्जा साहब को माना किसने कहा है?
ये ताज आपने कहा वो नहीं उन्होंने नहीं कहा भाई, वो बात करना ही चाहते वही नहीं ना, मैं भी ये कह रहा कि झूठ है उसने- वो मार देने। आज देखे आज कुत्ते किधर हैं बुज़दिल, ਝੂਠ ਬਹਿ ਕੇ ਉੱਤੇ ਇਹਨਾਂ ਲੋਕਾਂ ਦੇ ਸਾਹਮਣੇ ਮਾਰਦੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਰਾ। जवेद साहब क्या ख्याल है आपका? ਐਸੇ ਕਹਿੰਦੇ ਆ ਕਿ ਇਹ ਜਿਹੜੇ ਨੇ ਇਹਨਾਂ ਦਾ ਕੁਰਾਨ ਹਦੀਸ ਨਾਲ ਕੋਈ ਤਲਕ ਹੀ ਨਹੀਂ ਹੈ भाई हम आपके ਇੰਨੇ ਲੋਕਾਂ ਦੇ ਸਾਹਮਣੇ ਬਹਿ ਕੇ ਝੂਠ ਬੋਲ ਦਿੰਦੇ ਠੀਕ ਹੈ ਜ਼ਿਆ ਸਾਹਿਬ, ਸਾਡਾ ਤਾਂ ਤਲਕ ਨਹੀਂ, ਤੁਹਾਡਾ ਤੇ ਹੈ ਨਾ। ਇੱਕ ਮਿੰਟ ਜ਼ਿਆ ਸਾਹਿਬ, ਸਾਨੂੰ ਤੁਹਾਡਾ ਹੈ ਨਾ, ਮੁਸਲਮਾਨ ਸਾਨੂੰ ਦੱਸੋ ਨਾ, ਸਾਨੂੰ ਸਮਝਾਓ। ਹਾਂ ਹਾਂ ਠੀਕ ਆ ਤੁਹਾਨੂੰ ਸਮਝਾਣੇ ਆ। ਇਹ ਬੰਦ ਕਰੋ ਜਿਹੜਾ ਕੁਝ ਲਾਇਆ ਜੇ, ਮੈਂ ਤੁਹਾਨੂੰ ਹੁਣੇ ਨਹੀਂ ਸਮਝਾਣਾ। ਪਹਿਲਾਂ ਇਹਦੇ ਉੱਤੇ ਤੇ ਗੱਲ ਕਰੋ ਨਾ। ਮੈਂ ਤੁਹਾਨੂੰ ਹੁਣੇ ਸਮਝਾਣਾ, ਮੈਂ ਤੁਹਾਨੂੰ ਹੁਣੇ ਸਮਝਾਣਾ ਵਾ। ਇਹਨੂੰ ਬੰਦ ਕਰੋ ਨਾ ਤੇ ਮਾਈਕ ਬੰਦ ਕਰੋ, ਮੈਂ ਸਮਝਾਣਾ। ਤੁਸੀਂ ਗੱਲ ਸੁਣੋ, ਮੇਰਾ ਖਰਾਜ ਹੋ ਗਿਆ ਜਮਾਤ ਅਹਿਮਦੀਆ ਤੋਂ। ਮੈਂ ਇੱਕ ਦੂਸਰੀ ਗੱਲ ਹੈ ਕਿ ਮੈਂ ਯਕਦਮ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਂ ਜ਼ਿਆ ਰਸੂਲ ਦਾ, ਆਮਨ ਨਜ਼ੀਰ ਦਾ, ਮਲਕ ਕੈਸਰ ਸਾਹਿਬ ਦਾ ਸਾਥ ਦੇ ਰਿਹਾ ਵਾਂ ਔਰ ਜਮਾਤ ਦੇ ਖਿਲਾਫ ਮੈਂ ਪ੍ਰੋਪੇਗੈਂਡਾ ਕਰ ਰਿਹਾ। ਹੁਣ ਮੈਂ ਹੋ ਗਿਆ ਵਾਂ, ਮੈਨੂੰ ਉਹਨੇ ਜਮਾਤੋਂ ਦਿੱਤਾ ਕੱਢ। ਹੁਣ ਮੈਨੂੰ ਮੈਂ ਹੋਣਾ ਚਾਹ ਰਿਹਾ ਮੈਂ ਬਰੇਲਵੀ। ਮੈਨੂੰ ਤੁਸੀਂ ਇਹ ਦੱਸਣਾ ਹੈ ਕਿ ਆਇਆ ਬਾਦਲ ਸਾਹਿਬ ਠੀਕ ਹੈ ਜੀ, ਤੁਹਾਡਾ ਵੀ ਸਟੇਟਸ ਹੈ? ਮੈਂ ਵੀ ਨਾਲ ਹੀ, ਮੈਂ ਵੀ ਹੋ ਰਿਹਾ ਨਾ, ਬਰੇਲਵੀ ਹੋ ਰਿਹਾ ਨਾਲ। ਮੈਨੂੰ ਸਮਝਾਉਣਾ ਹੈ ਕਿ ਪਹਿਲਾਂ ਰਜ਼ਾ ਖਾਨੀ ਕੀ ਹੁੰਦੇ ਨੇ, ਇਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ, ਫਿਰ ਮੈਂ ਅਗਲਾ ਭਾਲਾ ਕੱਢਣਾ ਵਾ। ਤੇ ਇਹ ਇਨਕਲਾਬੁਲ ਹਕੀਕਤ ਕਿਹਦੀ ਕਿਤਾਬ ਹੈ, ਕਿਉਂ ਲਿਖਿਆ ਹੈ, ਹਵਾਲੇ ਮੇਰੇ ਕੋਲ ਬੇਸ਼ੁਮਾਰ ਨੇ ਥੱਲੇ, ਫਿਰ ਵਾਰੀ ਕਢ ਕੇ ਮੈਨੂੰ ਕਲੀਅਰ ਕਰੋ। ਚਲੋ ਜ਼ਿਆ ਸਾਹਿਬ ਤੁਸੀਂ ਸਾਨੂੰ ਕਰੋ, ਮੇਰੇ ਕਨਸੈਪਟਸ ਕਲੀਅਰ ਕਰੋ। किस ਚਲੋ ਜੀ, ਉਹ ਹੁਣ ਤੁਹਾਡੀ ਮੁੱਕ ਗਈ ਤਕਰੀਰ ਜਾਂ ਵਿੱਚੋਂ ਕਰਨੀ ਕਿਸ ਨੇ? ਜੀ ਕਨਸੈਪਟਸ ਕਲੀਅਰ ਕਰਨੇ, ਬਿਸਮਿਲ੍ਲਾ ਕਰੋ। ਮੈਂ ਬਿਸਮਿਲ੍ਲਾ ਕਰਨ ਲੱਗਾ ਤਾਂ ਮਾਈਕ ਬੰਦ ਕਰ, ਬਿਸਮਿਲ੍ਲਾ ਕਰਨ ਲੱਗਾ ਮੈਂ। ਜੀ ਜੇ ਤਾਂ ਤੁਸੀਂ ਕਹਿੰਦੇ ਹੋ ਨਾ ਕਿ ਵੀ ਅਸੀਂ ਆ ਕੇ ਤੁਹਾਨੂੰ ਰਜ਼ਾ ਖਾਨੀਅਤ ਕੋਈ ਉਹਦੀ ਤਬਲੀਗ ਕਰੀਏ ਜਾਂ ਬਰੇਲੀਅਤ ਦੀ ਕਰੀਏ, ਉਹ ਤਾਂ ਮੈਂ ਕਰਨ ਕਦੀ ਆਇਆ ਹੀ ਨਹੀਂ। ਅਸੀਂ ਤੁਹਾਨੂੰ ਤਬਲੀਗ ਕਰਦੇ ਆ ਇਸਲਾਮ ਦੀ। ਹਾਂ ਠੀਕ ਆ ਜੀ, ਇਸਲਾਮ ਦੇ ਵਿੱਚ ਆਓ। ਤੁਸੀਂ ਬਰੇਲਵੀ ਹੋ? ਕਿਹੜੇ? ਮੈਂ ਬਰੇਲਵੀ ਹਾਂ, ਬਿਲਕੁਲ ਮੈਂ ਬਰੇਲਵੀ ਹਾਂ। ਜੋ ਜ਼ਿਆ ਭਾਈ ਮੇਰੇ ਭਾਈ ਤੇਰੀ ਮਰਜ਼ੀ ਆ, ਤੇਰੀ ਮਰਜ਼ੀ, ਤੂੰ ਜੋ ਮਰਜ਼ੀ ਬਣ ਜਾ, ਤੇਰੀ ਮਰਜ਼ੀ ਹੈ। ਮੈਨੂੰ ਬਰੇਲਵੀ ਪਸੰਦ ਆ ਗਿਆ। ਮੈਂ ਤਾਂ ਤੈਨੂੰ ਕਰਨਾ ਮੁਸਲਮਾਨ। ਅੱਗੇ ਤੇਰਾ ਜੋ ਦਿਲ ਕਰਦੇ, ਆਪਣੇ ਆਪ ਨੂੰ ਸ਼ੀਆ ਕਹਿ ਲਾ, ਸੁन्नी ਕਹਿ ਲਾ, ਵਹਾਬੀ ਕਹਿ ਲਾ, ਦੇਵਬੰਦੀ ਕਹਿ, ਮੇਰੇ ਸਿਰ ਨੂੰ ਕੋਈ ਦਰਦ ਨਹੀਂ। ਫੂਲ ਜ਼ਿਆ ਰਸੂਲ, ਹਮਾਰਾ ਇੱਕ ਹੀ ਫੂਲ ਜ਼ਿਆ ਰਸੂਲ। ਇਹ ਫਿਕਰਾ ਮੈਂ ਸੁਣਿਆ ਸੀ। ਅਗਲੇ ਦਿਨ ਹੀ ਸੁਣਨੀ, ਆਪਣੀ ਸੁਣਾਣੀ। ਮੈਨੂੰ ਜ਼ਿਆ ਰਸੂਲ ਸਾਹਿਬ ਤੁਸੀਂ ਬੜੇ ਪਸੰਦ ਆਏ ਹੋ, ਤੁਹਾਡੀ ਗੱਲ ਅੱਛੀ ਹੈ। ਭਾਈ ਮੇਰੀ ਨਹੀਂ ਸੁਣਨੀ, ਆਪਣੀ ਸੁਣਾਣੀ ਹੈ। ਮੈਂ ਮਾਈਕ ਬੰਦ ਕਰ ਲੈਣਾ, ਤੂੰ ਤਕਰੀਰ ਕਰ ਲੈ, ਮੈਂ ਸੁਣ ਲੈਣਾ। ਚਲੋ ਆ ਵੇਖੋ ਤੁਸੀਂ ਤਿੰਨ ਤੁਸੀਂ ਅਜੇ ਕਿਹਾ ਕਿ ਮੈਂ ਨਾ ਮੁਸਲਮਾਨ ਕਰਨਾ ਤੁਹਾਨੂੰ, ਮੈਂ ਪੜ੍ਹ ਲੈਂਦਾ ਕਲਮਾ ਤੇ ਮੈਂ ਮੁਸਲਮਾਨ ਹੋ ਗਿਆ ਨਾ। ਉਹ ਨਹੀਂ, ਖਾਲੀ ਕਲਮਾ ਕਰਨਾ ਪੜਨ ਨਾਲ ਬੰਦਾ ਮੁਸਲਮਾਨ ਹੁੰਦਾ ਤਾਂ ਮੁਸਲਮਾਨ ਵੀ ਮੁਸਲਮਾਨ ਹੀ ਸੀ ਫਿਰ। ਅੱਛਾ ਚਲੋ ਫਿਰ ਤੁਸੀਂ ਕਾਇਲ ਕਰੋ। ਚਲੋ ਤੁਹਾਡੇ ਮੁਤਾਬਕ ਕਲਮਾ ਪੜਨ ਨਾਲ ਮੁਸਲਮਾਨ ਨਹੀਂ ਹੁੰਦਾ, ਚਲੋ ਤੁਸੀਂ ਕਾਇਲ ਕਰੋ। ਮੈਨੂੰ ਬਰੇਲਵੀ ਤੇ ਕਾਇਲ ਕਰਨਾ ਹੈ ਯਾਰ। ਪਹਿਲੇ ਇਹ ਵੇਖ ਲਓ ਤੁਹਾਡੇ ਚ ਪਹਿਲੇ ਕਿੰਨੇ ਮੁਸਲਮਾਨ ਹੋਣਾ। ਅਲੀਮ ਸਾਹਿਬ ਤੁਹਾਡੇ ਤੋਂ ਸ਼ੁਰੂ ਕਰ ਲਈ, ਉਹਦੇ ਤੋਂ ਇੱਕ ਬੰਦਾ ਡਿਸਾਈਡ ਕਰ। ਅਸੀਂ ਦੋਵੇਂ ਇਕੱਠੇ ਹੋ ਜਾਾਂਗੇ, ਤੁਸੀਂ ਕਾਇਲ ਤੇ ਕਰੋ। ਦੂਜਾ ਉਨੀ ਦੇਰ ਬਹਿ ਕੇ ਸੁਣੇ ਤੇ ਜਮਾਤ ਅਹਿਮਦੀਆ ਮੰਨ ਕੇ ਗਲਤ, ਅੱਗੇ ਆਓ। ਜਮਾਤ ਅਹਿਮਦੀਆ ਮੈਂ ਮੰਨ ਗਿਆ ਗਲਤ, ਮਿਰਜ਼ਾ ਸਾਹਿਬ ਤੇ ਜ਼ੋਰ ਲਾਉਣ ਦਾ ਲੋੜ ਹੀ ਨਹੀਂ ਹੈ, ਅੱਗੇ ਆਓ। ਨਹੀਂ ਵੇਖੋ, ਪਹਿਲੇ ਮਿਰਜ਼ਾ ਸਾਹਿਬ ਤੋਂ ਬਰਾਤ ਦਾ ਐਲਾਨ ਕਰਨਾ ਪੈਣਾ। ਮੈਂ ਤੇ ਮੰਨਿਆ ਪਿਆ। ਚੱਲ ਠੀਕ ਹੈ, ਚੱਲ ਫਿਰ ਮੈਂ ਤੈਨੂੰ ਕਲਮਾ ਪੜਾਣਾ, ਮੇਰੇ ਮਗਰ ਪੜ੍ਹਤੇ। ਦੱਸੋ ਮੈਂ ਕਿੱਧਰ ਜਾਣਾ? ਭਾਈ ਤੂੰ ਇਸਲਾਮ ਚਾਹਣਾ? ਮੈਂ ਚਾਹਨਾ ਮੈਂ ਬਰੇਲਵੀ ਬਣਾ। ਤੂੰ ਬਰੇਲਵੀ ਬਣ ਜੀ, ਤੈਨੂੰ ਕਿਸੇ ਨੇ ਰੋਕਿਆ? ਚਲੋ ਮੈਨੂੰ ਦੱਸੋ ਰਜ਼ਾ ਖਾਨੀਅਤ ਦੇ ਬਾਰੇ ਚ। ਮੈਨੂੰ ਕੁਛ ਨਹੀਂ ਪਤਾ। ਕਿਉਂ ਨਹੀਂ ਪਤਾ? ਕਿਉਂਕਿ ਮੈਨੂੰ ਤਾਂ ਇਸਲਾਮ ਦਾ ਪਤਾ, ਮੈਂ ਕਦੀ ਪੜ੍ਹਿਆ ਹੀ ਨਹੀਂ ਉਹਨਾਂ ਨੂੰ, ਤਾਂ ਮੈਨੂੰ ਕੀ ਪਤਾ ਹੋਣਾ। ਜ਼ਿੰਦਗੀ ਚ ਨਹੀਂ ਪੜ੍ਹਿਆ। ਇਹ ਗੋਲੀ ਹੱਦ ਹੋ ਗਈ ਹੈ ਵੀ ਹੁਣ ਤੁਸੀਂ ਕਹਿ ਰਹੇ ਸੀ ਮੈਨੂੰ ਲੈ ਕੇ ਆਓ ਇਸਲਾਮ ਚ, ਹੁਣ ਮੈਂ ਲੈ ਕੇ ਆ ਰਿਹਾ, ਹੁਣ ਕਹਿ ਰਹੇ ਨਹੀਂ ਜ਼ਿਆ ਸਾਹਿਬ ਅਸੀਂ ਕਹਿ ਰਹੇ ਸੀ ਸਾਨੂੰ ਹੱਦ ਹੀ ਹੋ ਗਈ ਹੈ। ਇੱਕ ਗੱਲ ਤੇ ਟਿਕ ਜਾਓ, ਬੰਦੇ ਦੀ ਕੋਈ ਜ਼ਬਾਨ ਹੁੰਦੀ ਆ, ਬੰਦਾ ਇੱਕ ਗੱਲ ਤੇ ਟਿਕ ਜਾਵੇ। ਮੈਂ ਮੰਗਣਾ ਮਾਫੀ। ਮੈਂ ਮਿਰਜ਼ਾ ਸਾਹਿਬ ਤੋਂ ਉੱਤੋਂ ਤੁਹਾਡੀ ਗੱਲਾਂ ਸੁਣ ਕੇ ਮੈਨੂੰ ਪਤਾ ਲੱਗ ਗਿਆ ਜਮਾਤ ਅਹਿਮਦੀਆ ਸਾਰੀ ਗਲਤ। ਹੁਣ ਮੈਂ ਰਜ਼ਾ ਖਾਨੀ ਦੇ ਉੱਤੇ ਰਿਸਰਚ ਕਰ ਰਿਹਾ, ਮੇਰੀ ਮਦਦ ਕਰ ਸਕਦੇ ਹੋ ਕੋਈ ਇਸ ਬਾਰੇ? ਨਹੀਂ, ਮੈਂ ਇਸ ਮਾਮਲੇ में कोई मदद नहीं कर सकता। ਮੈਨੂੰ ਆਪ ਮੈਂ ਆਪ ਨਹੀਂ ਜਾਣਦਾ ਰਜ਼ਾ ਖਾਨੀਅਤ ਕੀ ਹੁੰਦੀ, ਮੈਂ ਤੇਰੀ ਕੀ ਮਦਦ ਕਰਨੀ। ਅੱਛਾ ਚਲੋ ਠੀਕ ਹੈ ਜ਼ਿਆ ਸਾਹਿਬ, ਮੇਰੀ ਗੱਲ ਸੁਣੋ, ਮੇਰੀ ਗੱਲ ਇੱਕ ਮਿੰਟ। ਮਲਕ ਕੈਸਰ ਸਾਹਿਬ, ਜ਼ਿਆ ਸਾਹਿਬ ਤੁਸੀਂ ਕਲਮਾ ਕਿਹੜਾ ਪੜਾਓਗੇ? ਜਿਹੜਾ ਅਹਿਮਦ ਰਜ਼ਾ ਖਾਨ ਸਾਹਿਬ ਨੇ ਪੜਵਾਇਆ ਹੈ ਕਿ ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਕਲਮਾ ਪੜਾਓਗੇ? ਚਲੋ ਇਹ ਤਾਂ ਦੱਸ ਦਿਓ। ਉਹ ਭਾਈ ਵਿੱਚ ਮੈਨੂੰ ਇਹ ਦੱਸੋ ਵੀ ਇਹ ਅਹਿਮਦ ਰਜ਼ਾ ਖਾਨ ਸਾਹਿਬ ਵਿੱਚ ਕਿਧਰੋਂ ਆ ਗਏ? ਉਹਨੇ ਆਪਣੇ ਕਲਮੇ ਚ ਆਪ ਲਿਖਿਆ ਕਿ ਅਹਿਮਦ ਰਜ਼ਾ, ਕਿਤੇ ਅੱਲਾਹ ਰਸੂਲ ਨੇ ਕਿਹਾ ਵਾ ਕਿ ਭਾਈ ਜਦੋਂ ਮੁਸਲਮਾਨ ਹੋਣਾ ਵਿੱਚ ਅਹਿਮਦ ਰਜ਼ਾ ਖਾਨ ਸਾਹਿਬ ਦਾ ਜ਼ਿਕਰ ਲਾਜ਼ਮੀ ਹੋਣਾ। ਤੇ ਤੁਸੀਂ ਬਰੇਲਵੀ ਕਾ ਦੇ ਹੋ? ਅੱਲਾਹ ਮੈਨੂੰ ਪਸੰਦ ਨੇ ਆਲਾ ਹਜ਼ਰਤ ਇਮਾਮ ਅਹਿਮਦ ਰਜ਼ਾ ਖਾਨ ਸਾਹਿਬ, ਮੈਨੂੰ ਪਸੰਦ ਨੇ, ਇਸ ਵਾਸਤੇ ਮੈਂ ਬਰੇਲਵੀ ਹਾਂ। ਉਹਨਾਂ ਦੀ ਰਿਸਰਚ ਕਰ ਰਿਹਾ। ਅੱਲਾਹ ਤਾਲਾ ਨੂੰ ਕਿਹਨੇ ਕਿਹਾ? ਉਹਨੇ ਖੁਦ ਕਿਹਾ। ਕਿੱਥੇ ਗਿਆ? ਅਹਿਮਦ ਰਜ਼ਾ ਬਰੇਲਵੀ ਰਜ਼ੀ ਅੱਲਾਹ ਤਾਲਾ ਕੈਸਰ ਯਾਰ ਔਰ ਸ਼ਾਹ ਫਿੱਟੂ ਨੂੰ ਤੇ ਮਨਾ ਕਰ। ਕੀ ਕਿਹੜੇ ਪਾਸੇ ਟੁਰ ਪਿਆ ਯਾਰ? ਕਿੰਨੇ ਕਿਹਾ ਐਵੇਂ ਛੱਡੀ ਜਾਂਦੇ? ਹਵਾਲਾ ਤੇ ਨਾ ਹਵਾਲਾ ਉਸਮਾਨ ਮਲਕ ਕੈਸਰ ਇਹਨੂੰ ਮਲਕ ਇਹਨੂੰ ਸ਼ਾਹ ਫਿੱਟੂ ਨੂੰ ਤੇ ਯਾਰ ਮਾੜਾ ਜਿਹਾ ਬਾਜ਼ ਕਰੋ। ਸ਼ਾਰਪ ਸ਼ੂਟਰ ਨਹੀਂ ਕਰੋ ਯਾਰ।
ਅੱਛਾ ਗੰਦੀਆਂ ਇਹ ਵੇਖੋ ਤੁਹਾਡੇ ਸਾਰੇ ਬੰਦੇ ਗਾਲਾਂ ਕੱਢਦੇ ਨੇ, ਫਿਰ ਅਸੀਂ 2 ਦਿਨ ਲਾਏ ਤੇ ਤੁਸੀਂ ਕਹਿੰਦੇ ਹੋਗੇ ਯਾਰ ਅਸੀਂ ਫਿਰ ਆਪਸ ਵਿੱਚ ਬਹਿ ਵੀ ਨਹੀਂ ਸਕਦੇ ਅਸੀਂ। ਹੁਣ ਜ਼ਿਆਦਾ ਦਿਨ ਨੂੰ ਮੈਂ ਉੱਤੇ ਨਹੀਂ ਲੈ ਰਿਹਾ 4 ਦਿਨ ਤੋਂ, ਵਜ੍ਹਾ ਕੀ ਹੈ? ਤੁਹਾਡੇ ਨਾਲ ਨਹੀਂ ਗੱਲਬਾਤ ਹੋ ਪਾ ਰਹੀ, ਅਲੀ ਦੇ ਮਲੰਗ ਨਾਲ ਗੱਲਬਾਤ ਨਹੀਂ ਹੋ ਪਾ ਰਹੀ। ਬਾਜਵਾ ਸਾਹਿਬ ਮੈਨੂੰ ਸੁਬਾਹ ਦੇ ਕਹਿਣ ਦੇ ਨੇ ਕਿ ਯਾਰ ਬਰੋਡ ਲਾਓ, ਮਾਹੌਲ ਠੀਕ ਕਰੀਏ ਆਪਣੇ ਸਹੀ ਹੋ ਰਿਹਾ ਮਾਹੌਲ? ਹਾਂਜੀ ਐਸਾ ਹੀ ਕਰ ਰਹੇ ਹੋ ਮਾਹੌਲ? ਉਹ ਬਜ਼ੁਰਗੋ ਅਸੀਂ ਦੱਸ ਰਹੇ ਹਾਂ ਕਿ ਮੈਂ ਰਿਸਰਚ ਕਰ ਰਿਹਾ ਵਾਂ ਰਜ਼ਾਖਾਨੀਏ ਦੇ ਉੱਤੇ, ਆਲਾ ਹਜ਼ਰਤ ਦੇ ਉੱਤੇ, ਮੈਨੂੰ ਮਦਦ ਕਰੋ। ਭਾਈ ਰਿਸਰਚ ਕਰ ਰਿਹਾ ਵਾ ਤੇ ਆ ਬਰਾੜ ਬੰਦ ਕਰ ਤੇ ਬਾਹਰ ਨਿਕਲ ਜਾ ਬਾਜ਼ਾਰ 'ਚ, ਉੱਥੇ ਜਾ ਕੇ ਕਿਸੇ ਨੂੰ ਰਾਬਤਾ ਕਰ, ਕਿਸੇ ਬੰਦੇ ਨਾ ਨੈਟ ਤੇ ਬਹਿ ਕੇ ਟਿਕਟੌਕ ਤੇ ਬਹਿ ਕੇ ਤੂੰ ਰਿਸਰਚ ਕਰਨੀ ਹੈ। ਅਲੀਮ ਭਾਈ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਕੋਈ ਇਲਮ ਨਹੀਂ ਹੈ। ਹਾਂਜੀ ਜੀ ਉਹ ਸੀਕਰ ਦੇ ਬਾਬਰ ਤੇ ਜਿਹੜਾ ਨਾ ਉਹ ਵੀ ਰਿਸਰਚ ਕਰਦੇ ਪਏ ਨੇ, ਉਹ ਵੀ ਤਸਵੀਰਾਂ ਕੱਢ ਕੇ ਲੈ ਕੇ ਆਉਂਦੇ ਨੇ, ਲੈਟਰ ਲੈ ਕੇ ਆਉਂਦੇ ਨੇ, ਉਹਨਾਂ ਦੀ ਰਿਸਰਚ ਜਾਰੀ ਹੈ, ਫਿਰ ਤੁਸੀਂ ਉਹਨਾਂ ਨੂੰ ਕਿਉਂ ਗਿਲਾ ਕਰ ਰਹੇ ਹੋ? ਹਾਂ ਤੇ ਮੈਂ ਫਿਰ ਅਸੀਂ ਵੀ ਸਾਨੂੰ ਰਿਸਰਚ ਕਰਨ ਦੇ ਬਰਾਬਰ ਦਾ ਹੱਕ ਹੈ ਨਾ, ਇਹ ਤਾਂ ਮੈਂ ਕਹਿ ਰਿਹਾ। ਤੇ ਰਿਸਰਚ ਕਰੋ, ਫਿਰ ਪੂਰੀ ਰਿਸਰਚ ਕਰਕੇ ਪੂਰੀ ਰਿਸਰਚ ਕਰ ਰਹੇ ਆ, ਗਾਲਾਂ ਨਾ ਕੱਢਿਆ ਕਰੋ। ਨਾ ਮੈਸੇਜ ਪੜੋ ਥੱਲੇ, ਉਸਮਾਨ ਭਾਈ ਮੈਸੇਜ ਪੜੋ। ਉਸਮਾਨ ਭਾਈ ਅਸੀਂ ਤਾਂ ਕੋਈ ਗੱਲ ਹੀ ਨਿਕਾਲੀ ਨਹੀਂ ਦੇਰ ਦੀ, ਤੁਹਾਡੇ ਬੰਦੇ ਗਾਲੀਆਂ ਨਿਕਾਲ ਕੇ ਜਾ ਰਹੇ ਨੇ। ਬਾਜਵਾ ਸਾਹਿਬ ਕੱਢਣੇ ਨੇ ਗਾਲਾਂ ਉੱਤੇ ਬਹਿ ਕੇ, ਉਹ ਚਲਾ ਹੀ ਗਿਆ ਯਾਰ ਬੰਦਾ। ਤੁਸੀਂ ਥੱਲੇ ਵੇਖੋ, ਸਕਰੋਲ ਕਰਕੇ ਵੇਖੋ, 95% ਤੁਹਾਡੇ ਬੰਦੇ ਨੇ ਉਸਮਾਨ ਭਾਈ। ਨਹੀਂ ਹੈ ਸ਼ਾਰਪ ਸ਼ੂਟਰ ਸਾਹਿਬ ਬਾਰ-ਬਾਰ ਇਹਨਾਂ ਨੂੰ ਰਿਕੁਐਸਟ ਕੀਤੀ। ਦੇਖੋ ਇਹਦੀ ਤੇ ਪਹਿਲਾਂ ਤਸਵੀਰ ਆ ਸ਼ਾਰਪ ਸ਼ੂਟਰ, ਤੈਨੂੰ ਪਤਾ ਨਹੀਂ ਹੈ ਉੱਤੇ ਤੇਰੇ ਜ਼ਿਆਦ ਸਾਹਿਬ ਬੈਠੇ ਨੇ, ਮਲਕ ਕੈਸਰ ਬੈਠਾ ਹੈ, ਉਸਮਾਨ ਹੈ, ਚੀਮਾ ਹੈ, ਕਿਸੇ ਬੰਦੇ ਨੇ ਬਦਤਮੀਜ਼ੀ ਕੀਤੀ ਹੈ। ਹੁਣ ਕੀ ਵਜ੍ਹਾ? ਹੁਣ ਤੈਨੂੰ ਕਿਸ ਤਰ੍ਹਾਂ ਮੈਂ ਤੈਨੂੰ ਉੱਤੇ ਲਵਾਂ? ਤੇਰੇ ਨਾਲ ਮੈਂ ਕੀ ਗੱਲ ਕਰਾਂਗਾ? ਤੂੰ ਮੈਨੂੰ ਤਬਲੀਗ ਕਰੇਂਗਾ ਸ਼ਾਰਪ ਸ਼ੂਟਰ? ਤੂੰ ਮੈਨੂੰ ਤਬਲੀਗ ਕਰੇਂਗਾ? ਮਤਲਬ ਤੈਨੂੰ ਲੱਗਦਾ ਮੈਂ ਤੇਰੇ ਕੋਲ ਇਸਲਾਮ ਲਵਾਂਗਾ? ਮਤਲਬ ਇਹ ਜਿਹੜੇ ਬੰਦੇ ਬੈਠੇ ਨੇ, ਇਵਨ ਜ਼ਿਆ ਭਾਈ ਜਾਂ ਮਲਕ ਕੈਸਰ ਸਾਹਿਬ, ਇਹ ਉਹਨਾਂ ਲੋਕਾਂ ਚ ਆਮਿਰ ਨਜ਼ੀਰ ਸਾਹਿਬ ਨੇ। ਚਲੋ ਪੜ੍ਹ ਲਓ, ਇਹ ਤੁਹਾਨੂੰ ਲੱਗਦਾ ਕਿ ਮੈਨੂੰ ਮੁਸਲਮਾਨ ਕਰ ਸਕਦਾ ਤੁਹਾਡਾ ਸ਼ਾਰਪ ਸ਼ੂਟਰ? ਕਦੀ ਮੈਨੂੰ ਮੁਸਲਮਾਨ ਕਰ ਪਏਗਾ? ਮਲਕ ਕੈਸਰ ਹਿੰਮਤ ਕਰੋ। ਨਹੀਂ ਕਦੇ ਵੀ ਨਹੀਂ। ਔਰ ਸਪੈਸ਼ਲੀ ਉਹ ਲੋਕ ਬੈਠੇ ਮੁਸਲਮਾਨ ਕਰ ਸਕੇਗਾ? ਹਮੇਸ਼ਾ ਕੰਡੈਮ ਕਰਦੇ ਨੇ। ਮੈਂ ਕਦੀ ਵੀ ਨਾ ਹੋਵਾਂ ਇਹਦੇ ਕੋਲ ਤਬਲੀਗ ਲਓਗੇ? ਕਦੀ ਵੀ ਨਹੀਂ ਜ਼ਿੰਦਗੀ ਚ। ਇਹ ਚੰਗੀ ਵੀ ਗੱਲ ਕਰਦਾ ਇਹਦੀ ਸੁਣੋਗੇ? बिल्कुल नहीं। अच्छा जी, उसामा भाई अस्सलाम वालेकुम। वालेकुम सलाम। इंतहाई मादत खाऊं आपको, मैंने थोड़ी देर के बाद सलाम की है क्योंकि बात तो चल रही थी। सिर्फ सवाल इतना है कि ये जो सामने मैंने स्क्रीन के ऊपर नीचे कमेंट लगाया, अगर ये बंदा मुझे दिन चढ़े को कहेगा, वो सूरज है वो सामने दिन चढ़ा हुआ है, मैं इसकी बात भी सुनूंगा? नहीं सुनेंगे। मेरा एक सीधा साधा मौक़िफ़ है कि मुसलमान गाली नहीं देता। ये मुझे मुसलमान कर पाएगा? और मैं क्या सोचूंगा कि यार मैं काफर हूं, मैं मुसलमान अगर होना चाहूं भी तो मैं इसको देकर तो वापस आ जाऊंगा। चले अब इस पे जवाब ले ले। अगर आपने इस्लाम को देखना है तो आप हम लोगों को क्यों देखते हैं? आप सल्लल्लाहु अलैहि वसल्लम को देखे, आप कुरान को देखे, आप हदीस को देखे। बात बहुत सिंपल सी है। ये कहना कि एक इंसान क्या नाम है अगर कोई गलत काम कर रहा है तो इस्लाम ऐसा है इस्लाम वैसा है, तो इंतहाई गलत बात है। ये तो सिर्फ भागने का एक रास्ता है कि अब आप मुझसे भी जवाब ले लीजिएगा इसका। मैं हूं काफर, मेरी परवरिश हुई है काफर घर में, और मेरे आसपास सारे दोस्त भी काफर। मुझे कोई इस्लाम का नुमाइंदा मेरे पास आके तो मुझे बताता है कि आओ भाई मुसलमान हो जाओ और ऐसे ऐसे ये काम करो और मुसलमान हो जाओ, और वो बंदा होता है ये वाला। अब आपको जवाब देने में आसानी होगी कि मुझे तारफ अच्छे मुसलमान का ये दे रहा जो, और ये खुद मुसलमान है। आपकी बात बिल्कुल ठीक है। फिर आप रसूल करीम से लेना है, वो मुझे पता है, वो मुझे पता है आपकी बात का। आपने बात टेक्निकली आपने बात ठीक की है, लेकिन आगे मुबल्लिग तो देखिए। तो फिर आगे आप ये भी तो देखें ना कि आप उसको छोड़कर आप किसी और से पूछ ले अगर आप इंटरेस्टेड है इस्लाम में। नहीं, लेकिन वो मुझे रोजाना आगे मिलता है, रोजाना आगे मेरी तबलीग करता है ये। तो यानी कि क्या मैं करना चाहता हूँ उसामा भाई, जब आप कुछ तबलीग लेना चाहता ही नहीं, मेरी धक्के से तबलीग करता है आगे, धक्के से। उसामा भाई, जब आप कुछ खरीदना चाहते हैं तो आला चीज खरीदते हैं कि घटिया चीज खरीदते हैं? मैं आला खरीदता हूँ। तो भाई अगर आपने किसी से दीन सीखना है या किसी को देखना है तो किसी आला हस्ती को पास जाएं, उससे जाके सीखें। अगर कोई घटिया इंसान है उससे आप मुतासर होंगे। जवाब मिल गया अलीम साहब आपको? मैं बहुत अच्छा जवाब। नहीं उसामा भाई एक और बात बताए ना, इस्लाम कैसे फैला ये भी बताइए जरा। कैसे फैला है आप मुझे बता दें। मैं आपसे पूछ रहा हूँ ना।
आप इस चीज का जवाब दें ना। मेरी इस्लाम नजर फैला में जो है आप एक सुन शख्स ले, जिसका नाम है मोहम्मद सल्लल्लाहु अलैहि वसल्लम, उन्होंने फैलाया इस्लाम, उनकी सीरत से फैला है, उनके अखलाक से फैला है। इसके आगे बात करें। इस्लाम जो आप कहना चाह रहे हैं ना कि तलवार के जोर पे फैला, ऐसा बिल्कुल भी नहीं है। मैंने तो ऐसा कुछ भी नहीं कहा नहीं, उसामा भाई। मुझे मैं वैसे पहुंच गया हूं, लेकिन मैंने जवाब दे दिया, इस्लाम तलवार के जोर पे बिल्कुल नहीं फैला। ये मेरा मौक़िफ़ है, ये मेरा जवाब है। एक छोटा सा अस्सलाम वालेकुम लीम भाई। जी भाई, मेरा सवाल छोटा सा एक ले लें उसामा भाई। एक बात छोटी सी बताएं कि रसूल करीम सल्लल्लाहु अलैहि वसल्लम ने बुतों को बुरा कहा था? बिल्कुल कहा था। तोड़े थे, ठीक है। क्यों तोड़े थे? क्योंकि ये तौहीद है कि आपको अल्लाह ताला को सिर्फ मानना नहीं है, बल्कि उस मानने से पहले आपको तमाम खुदाओं की नफी करनी पड़ेगी। यही वजह थी। अब ये बताएं कि भी उन्होंने किसी पे जोर दिया था, सख्ती की थी किसी और पे इस्लाम में उनको मुसलमान करने के लिए? नहीं की थी। ठीक, तो अल्फाज का चुनाव वो होना चाहिए कि जो रसूल करीम सल्लल्लाहु अलैहि वसल्लम ने बताया कि आजकल का जो मुसलमान लेके बैठा हुआ है जैसे इस्लाम को, वैसा होना चाहिए। वैसा होना। कैसर साहब ये बहुत बड़े ड्रामेबाज हैं। ये चुप कर जा नीडो, चुप कर जा तू। अपनी आइडिया लिस्ट, अलीम साहब लिस्ट दिखाओ मुझे आप। ये चुप कर जाओ। यूजर्स हैं, इनकी लिस्ट दिखाओ आप। क्या किया? ये इनके जो 75 यूजर है ना, इनकी लिस्ट जरा सामने करें आप। उससे क्या होगा? अपनी मेरी शार्प शूटर वाली आईडी इन्होंने पहले ब्लॉक किया, मैंने आपको बताया है। बड़ा गंदा बंदा है ये शार्प शूटर वाली आईडी आपकी है, सारा झूठ थोड़ा बोले। आप लिस्ट बताओ। बड़ा झूठा आदमी है। आपकी आवाज जो होती है ना, मैं पहचानता हूँ बहुत अच्छे तरीके से। आप मुझे नहीं जानते, ठीक है? आप मुझे नहीं जानते, इसकी आईडी नहीं है ये वाली, उस पे 300 आप मुझे नहीं जानते भाई, आपको मैं बड़े अच्छी तरीके से जानता हूं। आप झूठे हो। इसकी आईडी पे ज्यादा यूजर है, वो सही बात कर रहे हैं। लिस्ट दिखाओ, किसी ने बनाई है इसकी आईडी। अच्छा इनको बोलो अभी आपको कोई सफाई नहीं देनी, ठीक है? आप गालियां लिख रहे थे और आप दूसरी आईडी से आ गए हो। मैंने आपको कोई सफाई नहीं देनी। 2 नंबरी हो रही है, नहीं हो रही। एक मिनट 2 नंबरी कौन सी हो रही? मैंने मार लिया है। आज 2 नंबरी कर रहे हैं आप ऊपर बैठ के। क्या 2 नंबरी? और मेरा भाई, मैंने इसको कहा है इसकी आईडी में जानता हूं इसको। बात सुनो। सब लोग वो किसी ने फेक आईडी बनाई, वो फेक आईडी है। हम सब ने भी देखिए कंडेम किया है अलीम भाई, लेकिन अगर फेक आईडी है तो बहुत बुरी बात है, छोटी सी बात है। और दूसरी बात है, आप अलीम साहब लिस्ट चेक करें जरा। खामोश होंगे, अब खामोश होंगे। ये बात में ये कोई ढकी छुपी बात है कि आपने मुझे मैसेज में कोई कम गालियां दी हैं, आपने मुझे धमकियां कम दी हैं? कोई एक जरा सी भी कोई है कि आपने मुझे मैसेज में धमकियां जितनी दी हैं? मैंने सिर्फ जो आपने मंजियां निकालने वाली बात की थी, मैंने उसका जवाब आपको दिया था। आपने मुझे कहा था मेरी मंजियां नलाने के काबिल नहीं हो, तो आपको नहीं पता कि मैं अगर 24 घंटे टिकटॉक पे होता हूं तो मैं करता क्या हूं। तो मैंने आपको उस बात का जवाब दिया था। जो भी करते हो मुझे उससे क्या फर्क पड़ता है? नहीं, आपने डायलॉग मारा था ना कि आप मेरी मंजियां में लाने के काबिल नहीं हो। आपने मुझे जो गालियां दी वही गालियां नीचे लिखी हुई हैं, तो आप किस चीज का डिफेंड कर रहे हो यार? आप लिस्ट साहब जो बात कर रहे थे वो सुनो। आपका मॉडरेटर कौन है मुझे सुन रही है? अलीम साहब ये तो फिर देखे ना, मैंने अभी आईडी चेक की है तो उसके ये आईडी नहीं है। फेक, हर बंदे की फेक आईडीज है, मेरी भी फेक आईडीज तो बनी है। अपने जो भी बंदा अगर वो एमडी है, तो उसको जो भी है वो गलत है, वो गलत है, वो गलत है, गलत है, काबिल मजम्मत है। लेकिन शार्प शूटर, मेरी शार्प शूटर वाली आईडी कैसर भाई, आप कसम उठाओ, मैंने आपको कॉल करके कहा ना मेरी शार्प शूटर वाली आईडी म्यूट कर दी है। अलीम भाई कम से कम ये कसम से यही बात है। तो मैंने अभी फौरन तौर पे कहा नहीं है अगर फेक आईडी है तो वो गलत है। लेकिन जिस चीज को ये डिफेंड कर रहा है, ये बात तो कोई ढकी छुपी है कि शार्प शूटर पे गंदी गाली नहीं कहता, मैं भी लगा देता हूँ, रुके। इतनी कौन सी बात है? हमारे पास तो कौन सा इस तरह का कोई लंबे चौड़े काम है। नवीद भाई अभी तो क्लैरिफाई हो गया कि वो आपकी आईडी नहीं थी, थोड़ी देर पहले जो मैसेज बात खत्म हुई। देखिए जी, मेरी बात सुने। मैंने कैसर भाई को कॉल की है, मैंने इनको बोला है कि भाई मेरी जो आईडी है उन्होंने ब्लॉक कर दी है, ठीक है, म्यूट कर दी है शार्प शूटर वाली। मैं नीडो की आईडी से आया हूँ और मैं बार बार ये नीडो वाली भी इन्होंने मेरी म्यूट की हुई है आईडी मैसेजेस के लिए, ठीक है। और अभी ये इनका ये अपना बंदा है। और ये देखें, जैसे ही हम ऊपर आए, अलीम साहब ने इस अंदाज में बात स्टार्ट किया कि ये यही चाहते थे कि यहाँ पे जो है तो लड़ाई झगड़ा हो, ये हमें गालियाँ दे, हम इनको गालियाँ दे और बात ठंडी हो जाए।
भाई आपको कोई गाली नहीं देगा, आप बेशक दे के चले जाए, ठीक है। नहीं यार, मैं चुप बैठा हुआ था, मैं बात सुन रहा था, इनके बंदे आए, इन्होंने उनको वो किया तो यार नीडो भाई ये ड्रामे कहीं और करना जाके, मैं यार आपको एक बड़े मिनट अच्छे तरीके से जानता हूं, नीटो भाई एक मिनट रुकना ठीक है। देखो, नहीं आपकी जो सी है ना आईडी जो सी है ना, ये 1-2 आइडिया नहीं चलती, आपकी बहुत सारी आइडिया चलती है। हमें ना ओ भाई मैंने कर दिया है। कर रहा है, इसको ब्लॉक क्यों नहीं कर रहे, इसको म्यूट क्यों नहीं कर रहे? अब्दुल वदूद की आइडिया, इसको भी ब्लॉक करें, ये भी आपका ही बंदा होगा, हमारा कोई बंदा नहीं है ये। हाँ ये सारे हमारे ही बंदे हैं, ठीक है। उस्मान भाई ये जो शार्प शूटर वाली आईडी निकाल रही है, इसको म्यूट क्यों नहीं कर रहे? ये आपकी आईडी है शार्प शूटर या किसी और की है? कौन सी? ये वाली देखिए, शार्प शूटर वाली आईडी तो मेरी है बिल्कुल। ये मैसेज आपने किए हैं किसी और ने किए हैं? हाँ ये मैंने किए थे। हाँ तो आप बताएं। ठीक है, ये वाला यार ये तो ठीक है जी भाई साहब। और कुछ मान गया? उस्मान साहब मान गया ये? टीम भाई ये बात तो पहले भी वो मान चुका है, उस भी मान गया ना? जो बात क्यों या वो मैंने मानी को डिफेंड कर रहा है वो, यही बात है। ये इस तरह ये बात अलीम भाई मैं इस बंदे को जानता हूं, ऐसे ही करता है। ना करें, मैंने माना है कि हाँ ये मैंने मैसेज आपको किए हैं। हाँ तो आपने जो वो किए हैं, तो जो नीचे किया वो भी यही बात थी। ओ भाई ये देख लें, ये अब इनका ड्रामा देख लें। अगर मैं ये करता तो मैं नीडो माहौल खराब ना करो, कोई माहौल खराब ना करो। अच्छे मोअज़्ज़ज़ बंदे हमारे पास बैठे हैं। हमारे पास मौलाना साहब तशरीफ ला चुके हैं, राजा जवेद साहब बहुत मोहतरम और निजी तशरीफ ला चुके हैं। कोई ड्रामे ना करो यहाँ पे, अच्छी अच्छी बातें बताओ हमें। और कोई कुरान हदीस की कोई बात करनी है, कोई कुछ हमें और बताना है तो वो बताओ। एक गंदी गालियां और इस तरह का जो कल्चर है ये नहीं ठीक है। ਰਾਜਾ ਸਾਹਿਬ ਆਏ ਨੇ, ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਪਹਿਲਾਂ ਕਿਸੇ ਗੱਲ ਕੱਢੀ ਜਿਹੜੇ ਥੱਲੇ ਗੰਦੇ ਮੈਸੇਜ ਕਰਦੇ ਨੇ। ਯਾਰ ਖੁਦਾ ਦਾ ਖੌਫ ਖਾਓ, ਜਦੋਂ ਫਿਰ ਇਹ ਨੰਗਾ ਕਰਾਂਗੇ ਫਿਰ ਚੰਗਾ ਰਹੇਗਾ। ਕਿੱਡਾ ਵਡੇਰਾ ਆਦਮੀ ਹੈ। एक मिनट मैं जवाब जज साहब रुक जाओ यार, रुक जाओ, जवाब सुन लो प्लीज। ਕੀ ਸੁਣ ਲਿਆ? ਤੇਰਾ ਜਵਾਬ ਨਹੀਂ ਸੁਣਦੇ, ਪਰਾਂ ਹੋ ਕਿਤੇ ਤੂੰ। अस्सलाम वालेकुम। जज साहब थोड़े प्यार वाले कोई नहीं सलीम साहब जी जी शोर आ रहे हैं अल्हम्दुलिल्लाह जी, बिल्कुल ठीक ठाक। ਤੁਹਾਡੇ ਪਿੱਛੇ ਸ਼ੋਰ ਆ ਰਿਹਾ ਹੈ ਜੀ। मान आज पहले घरों ਦਾ ਹਾਲ ਚਾਲ ਪੁੱਛੀਦਾ ਹੈ ਕਿ ਇਹ ਸ਼ਿਕਵੇ ਨਹੀਂ ਕਰੀਦੇ। नहीं मैं जनाब मैं ही क्या, वालेकुम सलाम, कैसे मिजाज ने? यही क्या जी, मैं की हाल चाल ठीक ठाक हो? अल्लाह ठीक ठाक। मैं राय साहब आए ते पहले गिले शिकवे हो गए, हाल चाल पूछया करो पहले बंदे दा। राज साहब ਦੇ ਹਾਲ ਚਾਲ ਹੀ ਪੁੱਛਣ ਲੱਗੇ ਸਾਂ ਤੇ ਰਾਜ ਸਾਹਿਬ ਤਸ਼ਰੀਫ ਫਰਮਾ ਨੇ। ਤੇ ਰਾਜ ਸਾਹਿਬ ਬੰਦਾ ਗਿਲਾ ਕਰ ਰਿਹਾ ਤੁਹਾਡੇ ਨਾਲ ਅੱਜ, ਤੇ ਬੜਾ ਅੱਛਾ ਮਾਹੌਲ ਹੈ ਤੇ ਕਿਉਂ ਕਰ ਰਹੇ? ਅਲੀਮ ਸਾਹਿਬ ਮਾਸਵਾਇਤ ਤੁਹਾਡੇ ਜਿਹੜਾ ਮੈਂ ਲਿਖਦਾ ਤੁਹਾਨੂੰ ਜੋ ਕਿ ਡਾਇਰੈਕਟ ਮੈਂ ਅੱਜ ਇੱਕ ਗੱਲ ਹੀ ਲਿਖੀ ਹੈ ਜਿਹੜੀ ਕਿ ਇਹਨਾਂ ਦੇ ਰਿਸਪੌਂਸ ਵਿੱਚ ਲਿਖੀ ਹੈ। ਬਿਲਕੁਲ ਜੱਟ ਸਾਹਿਬ ਦੇ ਰਿਸਪੌਂਸ ਵਿੱਚ ਲਿਖੀ ਹੈ। ਬਾਕੀ ਤੁਹਾਡੇ ਕੋਲ ਹੈ ਕੰਟਰੋਲ, ਤੁਸੀਂ ਸਾਰੀ ਸਕਰੋਲਿੰਗ ਡਾਊਨ ਕਰ ਲਵੋ ਕਿ ਦੇਖ ਲਵੋ, ਬੇਸ਼ੱਕ ਉਹ ਟੈਗ ਕਰਕੇ ਲਿਖੀ ਹੈ। ਤੇ ਹੁਣ ਇਹ ਜੱਟ ਸਾਹਿਬ ਜਿਹੜੇ ਬੜੇ ਜਜ਼ਬਾਤ ਵਿੱਚ ਆਏ ਸੀ, ਇਹਨਾਂ ਨੂੰ ਕਹੋ ਜਵਾਬ ਦੇਣ ਇਸ ਗੱਲ ਦਾ। ਥੱਲੇ ਤੇ ਆਉਂਦਿਆਂ ਸਾਰ ਤੁਸੀਂ ਥੋੜਾ ਜਿਹਾ ਕੋਈ ਸਖਤ ਫਿਕਰੇ ਬੋਲੇ ਸਨ, ਮੈਂ ਉਸ ਟਾਈਮ ਸਲੀਮ ਭਾਈ ਥੱਲੇ ਤੁਸੀਂ ਇਹ ਕਿਉਂ ਨਹੀਂ ਬਲੌਕ ਕਰਦੇ ਪਏ ਭਾਈ? ਮੈਂ ਸਮਝ ਨਹੀਂ ਆ ਰਹੀ। ਮੈਂ ਥੱਲੇ ਮੋਡਰੇਟਰਸ ਨੇ, ਚੀਮਾ ਭਾਈ ਨੂੰ ਮੋਡਰੇਟਰ ਬਣਾ ਦਿਓ। ਚੀਮਾ ਭਾਈ ਤੁਹਾਡੇ ਫਰੈਂਡ ਨੇ, ਇਹਨਾਂ ਬਣਾਓ ਨਾ ਮੋਡਰੇਟਰ। ਚੀਮਾ ਸਾਹਿਬ ਤੇ ਮੇਰੇ ਖਿਆਲ ਚ ਆਲਰੇਡੀ ਹੈ ਨੇ। ਨਹੀਂ ਚੀਮਾ ਸਾਹਿਬ ਨਹੀਂ ਹੈ ਜੀ। ਚੀਮਾ ਸਾਹਿਬ ਤੁਸੀਂ ਹੋ ਤੇ ਉਹ ਸੈਟਿੰਗਸ ਚੇਂਜ ਕਰ ਲਓ, ਬਲਕਿ ਮੈਂ ਖੁਦ ਹੀ ਨਾਲ ਵੇਖ ਰਿਹਾ ਵਾਂ ਤੇ ਨਾਲ ਕਰਨਾ। मेरा ख्याल है तुसी बनाया है बल्कि जी जी अच्छा। इलामा साहब भी मौजूद ने। इलामा साहब कैसे मिजाज ने? खैरियत ना लो? अल्हम्दुलिल्लाह, अल्लाह के फजल करम। आप लोग सुनाओ, खैर आफियत? अल्हम्दुलिल्लाह अल्हम्दुलिल्लाह। ठीक है। तो क्या कहेंगे आप इलामा साहब? किस मौजू के मुतालिक? किसी भी मौजू के मुतालिक कुछ भी एक अच्छी प्यारी बात हमें बताएं। हम यही कहेंगे कि भाई देखो, लड़ो झगड़ो नहीं, इख्तिलाफ अपनी जगह बिल्कुल ठीक है, खिलाफ की तरफ नहीं होनी चाहिए। इख्तिलाफ अलग चीज़ है और ख़िलाफ़ अलग चीज़ है। लिहाजा प्यार और मोहब्बत से बातें करें, लड़ाई झगड़ा के माहौल ना बनाएं। और अलीम भाई आपसे भी यही गुजारिश है
کہ دیکھیں آپ اگر جو ہے نا براڈ کاسٹر ہے، آپ کے اوپر یہ ذمہ داری بنتے ہے کہ جو ہے نا آپ لوگوں کے مابین نہ لڑایا کریں، تو یہ ٹھیک نہیں ہے۔ اگر جو ہو گیا عفا اللہ عما سلف، نئی صفحہ کھولتے ہیں، نئی نئی باتیں کرتے ہیں انشاءاللہ۔ جی یہ میرے مولانا طرف سے صاحب چھوٹی بہت اچھی بات آپ نے کی ہے، ماشاءاللہ، اللہ میاں آپ کو جزا دے، اور آپ ایک عالم بندے ہیں، اور آپ کی بڑی مدلل گفتگو ہم سنتے رہتے ہیں۔ ان صحیح بھائی ہے، کا نام کیا ہے؟ ان بھائی کا کیا نام ہے؟ یہ ڈنگ ڈونگ بھائی ہیں، ڈنگ ڈونگ صاحب ہی ہیں۔ مجھے ڈنگ ڈونگ نام تو نہیں ہوتا نا، کوئی اللہ نے کوئی اچھا سا نام بھی دیا ہوگا ماں باپ نے۔ نہیں وہ تو میرے خیال میں بھائی جان آپ کی ٹھیک ہے اچھی شکل انشاءاللہ، ہوگی اس سے، جی اتار جی دیں گے۔ میں جب نیچے جاؤں گا نا تب میں اتار دوں گا جی انشاءاللہ، ٹھیک ہے نا؟ جزاک اللہ، جزاک اللہ بھائی۔ جی ٹھیک ہے۔ تو مغل صاحب تشریف فرمائے ہیں، مغل صاحب سے کوئی اچھی سی نعت سنتے ہیں، بڑی یا کوئی اچھی بات سنتے ہیں۔ جی مغل صاحب۔ تو راجہ بھائی صرف اسلام راجہ بھائی سے لینی ہے، میں کافروں سے بات نہیں کرتا ہوں، ٹھیک ہے نا؟ میں نے کیا صرف کرتے ہیں، کیا کرنا جو ہے آپ نے؟ مسلمان ہے اس سے، ٹھیک ہے، کیونکہ قادیانی کافر ہیں، بے شک کافر ہیں، میرے نبی صلی اللہ علیہ وسلم نے فرمایا، تو باقی آپ کی جو بہن مومن تو ادھر بیٹھا ہے۔ بیٹھی ہوئی جو آپ کافر ہے ہم کو کہہ رہے ہو، راجہ صاحب تیرا ساڑا لگتا ہے نال ہی لا جا۔ جٹ صاحب چپ کر جاؤ، جٹ صاحب وہ میں چپ جواب کر جا، دینا۔ تو اتنے جواب دیا پترا روندا پیا جمن والے نو، اتنے دیکھ لو مسلمان دے کتا کچھ یہ بھی پیر چلے رکھا، اور علیم کتا صاحب دیکھ لو میرا علیم پیر صاحب چلے آ، بالکل اتار دیو، علیم اور صاحب کتا اتار چیک دیو، کر لو مغل صاحب اپنا۔ نے نہیں کرو کام۔ یہ دیکھیں ماحول خراب کرنے کی کوشش نہ کریں، اور پھر مغل آپ پتہ نہیں لوگ کیا ہے، ماحول کون سی ہے خراب مغل کی کریں گے۔ چیز تھی یار؟ یہ نہیں دیکھیں نہیں یہ نہیں بات ٹھیک نہیں ہے راج نہیں صاحب، یہ اپنے نہیں، بندوں کو سمجھائیں۔ میں اس بات کی مزاحمت راجہ کرتا ہوں صاحب، سر۔ جٹ صاحب کو ہم نے منع کر لیا ہے، جٹ صاحب سر نے کوئی بات نہیں میں کی۔ مزاحمت کرتا ہوں اس بات کی۔ یہ بندہ آپ کی بروڈ پہ بھی آئے کل بیٹھا رہا ہے، یہ آپ لوگوں کا بندہ ہے، یہ کل بندہ احمد علی کی بروڈ پہ بھی تھا۔ ہم نے اس کو ایسا کرنے کا نہیں کہا، نہ کسی نے نہ کوئی اس بات کی سپورٹ کرتا ہے۔ تو راج صاحب یہ اب بندہ کس کو، اب ہم کسی کو ہم جواب دینے کی بھی نہیں رکھتے، اب ہم جواباً بھی کچھ کہیں تو پھر بھی ہم برے ہو جائیں گے۔ بھائی اس طرح کی جو آئی راجہ ڈیز صاحب میں تو علیم صاحب سے کہہ پرماننٹلی دیتا تھا، بلاک آپ کریں، تو وہ میوٹ پہ دیکھیں نہیں، نا پرماننٹ بلاک کہ کریں۔ جٹ بھی آیا اور ہم بھی یہ علیم صاحب کے مہمان ہیں، اگر آپ ہمیں گالی دو گے تو وہ علیم صاحب کا فرض ہے۔ بات تو یہ بالکل ٹھیک کر رہے ہیں بھائی کہ ہم تو واقعی علیم صاحب کے مہمان، علیم صاحب آپ منع کریں گے نا تو بندے آرام سے آپ رک کو جائیں جٹ گے۔ کو کیوں ایسے باتیں کر رہے ہیں؟ کسی کی جرت نہیں ہے کہ کسی بھی جٹ کو گالی دے یا ایسے کرے۔ جٹ نے کوئی گالی نہیں دی علیم واپس۔ صاحب آپ مہمان نوازی کر رہے ہیں، یہ نیڈو جو ہے یہ دیکھے مانا ہے کہ نہیں مانا؟ میری آئی ڈی ہے یہ، جی نیڈو مانا ہے، بالکل مانا ہے، اور نیڈو گالیاں دیتا ہے، ہاں میں جی۔ تو سب پھر بھی اس کو تو وہ اوپر جٹ بٹھایا نے ہوا کیا ہے۔ غلط بات کی؟ راجہ جو جٹ نے نے نیچے کوئی گالیاں گالی لکھی نہیں کہ دی نہیں ہے۔ لکھی؟ ہاں جی بھائی میں نے جو گالیاں اس دن دی تھی وہ آپ کا بدلہ تھا، سیلف ڈیفense میں دی تھی۔ نہیں کون وہ سا آپ بدلا نے تھا؟ ہمارے دوست کو دی، آج یہ جٹ کو تو آپ میں نے کون اس سا سے گالی سیلف دے انکاری تو ڈیفینس نہیں تھا دی آپ ہوں۔ کا؟ اٹیک کر کے۔ اوتا صاحب میں اس سے انکاری تو نہیں ہوا، انہوں نے مجھ سے کون پوچھا، سا میں نے سیلف کہا ہاں میں نے ڈیفینس آپ تھا کو آپ کا میسج وہ؟ کیا ہے۔ آپ کو میں نے کون سی گالی دی ہے بھائی؟ آپ نے جو گالیاں دی ہیں نا، آپ نے کہا ہے منجا نوانے والا، تو آپ کی اوقات کیا ہے علیم؟ مجھے یہ بتائیں آپ۔ میرے خیال میں آپ جتنے پیسے کماتے ہیں، جو میرا سب سے تھکا ہوا میرا ورکر ہے وہ اتنے پیسے کماتا ہے، یہ میری اوقات ہے۔ اور اور تمہاری کوئی اوقات نہیں ہے، آپ کی شکل کا جو بندہ ہے نا، اس کو اور میں نے کبھی تمہاری کام پہ نہیں رکھا۔ اور تمہاری شکل کیا علیم ہے؟ جیسے سور علیم ہوتا ہے، صاحب ایسے بات نہ اور کریں۔ تمہاری شکل آپ کیسی کے ہے؟ جو میرے سور خیال ہوتا ہے، میں سور پورے جیسے۔ خاندان کو میں لپیٹوں نا، اس کو اور میوٹ کریں تم آپ، خنزیر و یہ خنزیر ہے کی شکل کے ہو۔ اس کی نسل ہی ایسے ہے، یہ میں ہے نے ہی آپ نسلی ایسے قادیانی بھی گالیاں کتا دینے تھا، والا۔ کتے کی شکل کا تھا، مرزا قادیانی، دانا راجہ کانا صاحب میں نے اس دجال۔ کو کوئی گالی تو نہیں دی، مرزا قادیانی میں نے اس کو کوئی تیری گالی، کی راجہ صاحب میں نے اس کو رشتہ ایک بھی دیکھن گالی گیا دی ہے؟ مرزا قادیانی رکے دے لئی؟ رکے راجہ صاحب میں نے اس کو ایک گالی دی اور جو باتیں کی ہیں میں نے سچ کی ہیں، میں نے ایک گالی بھی نہیں دی، میں نے اس کو ایک گالی بھی نہیں دی، میں نے دی یہ گالی اس کو ایک بھی۔ اس نے پوچھا تمہاری اوقات کیا ہے، میں نے اس کو اپنی اوقات بتائی اور میں نے سچ بتایا ہے۔ یہاں بتائیں کہ میں نے غلط بتایا کوئی؟ چیمہ بھائی جو گالی دے رہا ہے اس کو بلاک کریں یا پلیز اس کو میوٹ میں کریں نے اس پوری کو انٹائر ایک گالی نہیں دی، انٹائر سارے اس کے دوستوں لیے نے، اس نے لائیو کے لیے پوچھا پلیز کہ علیم تمہاری اوقات کیا ہے، میں نے اس ویسے کو یہ کہا۔ علیم صاحب کرتے جائیں۔ میں آپ کو ایک بات بتاؤں کہ میں نا اپنی جو اوقات ہوتی ہیں اس کو پیسے سے میجر نہیں کرتا۔ میں تو اس سے گالی بھی لیتا، یہ مجھے گالیاں بھی دیتا ہے۔ نہیں یہ جو اوقات ہوتی ہے نا کس یہ چیز پیسے سے نہیں میجر میجر کرتے ہوتی، پرسنالٹی سے میجر ہوتی ہے۔ ہاں تو پھر میں بتا رہا ہوں
کہ اس کی پرسنالٹی بھی نہیں ہے کہ یہ میرے سے مقابلہ کر سکے. نہیں پرسنالٹی کی بات، کیونکہ اگر کوئی آدمی غریب ہے تو اس کا کیا مطلب ہے کہ وہ انسان نہیں رہا؟ آپ بتائیں کہ آپ کس سے میئر کریں گے اس کو؟ نہیں میں آپ کو چھوڑ دیں رائے صاحب، ایسے چھوڑ دیں. ٹھہر جائیں عثمان صاحب، ایک منٹ ٹھہر جائیں. آپ نے اس کی شکل کوئی دیکھی ہے؟ بات چھوڑنے والی ہوتی ہے، کوئی بات نہیں چھوڑنے والی. راجویز صاحب آپ نے اس کی شکل دیکھی ہے؟ علیم صاحب اس کی شکل ایسی ہے جیسے راجہ جوید صاحب کا گوڈا نہیں ہوتا ننگا کرو تو ایسی شکل ہے اس کی. اللہ کی قسم جب سے اس کی شکل دیکھی ہے ختم ہو گیا ختم. اور چپ کر جا لیا میں بلا کر چھڑے بزدلا. اور چپ کر جا تو ਉਹ ਲੀਮ ਨਾਲ ਗੱਲ ਕਰ ਲੈਂਦੇ ਲੀਮ ਸਾਹਿਬ. ਓਏ ਅਹਿਮਦ ਅਲੀ ਤੂੰ ਤਾਂ ਬੁਜ਼ਦਲ ਮੈਨੂੰ ਬਲਾਕ ਕੀਤਾ ਹੀ. ਔਰ ਮਿਰਜ਼ਾ ਕਹਿੰਦੀ ਸੂਰ ਦੀ ਕੋਈ ਔਕਾਤ ਨਹੀਂ. ਨਾ ਇਸ سے شکل ہے نہ اس کی عقل ہے. ਸਰ ਦਾ ਨਾਂ ਜਿਹੜਾ ਉਹ ਸਹੀ ਤਰ੍ਹਾਂ ਲਿਆ اس کو ਬਕਵਾਸ نیچے نہ کوئی اتارے یار، اس کو نیچے نہیں اتارنا کسی نے. ਕਮਾਂਦਾ ਸੀ اس کی نہ شکل ہے نہ اس کی عقل ہے. تو یہ کس علیم صاحب دی دوپر تے پیر رکھو ذرا. اے راجہ سوید صاحب دی راجہ جوید اوئے ہوئے گلی دوپر تے پیر رکھو. پیار کا پیغام علیم صاحب ناصر بٹ صاحب بندے 5 نمبر جُتی چ 9 نمبر پیر پاؤ تے پھر کام خراب ہوندا ہے. اے والا حال ہے دا. اور ناصر بٹ صاحب بندے 5 نمبر جُتی چ 9 نمبر پیر پاؤ پھر میں کہندا ناصر بٹ صاحب بندے مجھے موقع دیں. جٹ صاحب ذرا بند کرو ذرا ہلکا دیا مائک. کوئی لڑائی جھگڑا نہیں کر رہے، صرف ایک بات دوست نے کی ہے اوقات کی. تو میں اس کو وہ کہہ رہا تھا کہ اوقات کا جواب بغیر گالی کے اس کو میں نے یہ دیا ہے کہ نہ تو آپ کی شکل ہے کہ آپ مجھ سے مقابلہ کر سکیں، نہ اپنا کی نام ہے لیم صاحب میجر صاحب تو نہیں دے رہا نا. رک جائیں، میں اس کو گالی دے رہا ہوں، اس نے مجھے گالیاں دی ہیں. اب آپ مجھے اتنا حق بھی نہیں دیں گے کہ میں اس کو جواب بھی دے سکوں. میں اس کو گالی میجر صاحب تے کہندے نے برابر نے صاحب بندے تسی کیوں ان دی گل کرتے ہو؟ لڑائی وہ تو کیوں نہیں منہ بند کرتا پیا؟ تو کیوں نہیں منہ بند کرتا؟ میں تھانوں لگی ہاں جٹ بدتمیزی کر رہے ہیں. علیم صاحب مہربانی کریں فری ہینڈ نہ دے. اے دیکھو اب وہ گالی دے رہا ہے، میں اس کو گالی تو نہیں دے رہا. اتنا تو مجھے موقع دینا کہ میں آرام سے اس کی بات کا جواب دے رہا ہوں. راجہ صاحب یہ بات ٹھیک ہے علیم صاحب کی، آج ہم اچھا ماحول رکھنے کی، لیکن نوید صاحب آپ بھی پڑھے لکھے آدمی ہیں. راجہ صاحب مجھے اتنا تو موقع دینا کہ میں اچھے الفاظ میں رسپونڈ کروں. آپ ایسا کریں جٹ کو بھی نیچے اتاریں اور نہیں پروفیسر اینٹی وائرس کو کسی یہ پریشانی کا حل نہیں ہے، یہ علاج نہیں ہے. اب میں بات کرنا چاہ رہا ہوں، صرف میری بات سن لیں. راج صاحب میں آپ سے مخاطب ہو جاتا ہوں، اس سے میں اس کو میوٹ کر رہا ہوں. نہیں میں اس کو دیکھو گالی دیتا رہے. میں صرف یہ عرض کر رہا ہوں، میری بات آرام سنیے یار. کوئی نیچے نہ اتار جا، نیچے اتار دیا. ایسے نہ کریں، ایسے نہ کریں یار. خاموش ہو جاؤ ایک منٹ، اس کو میں نیچے اتار دیتا ہوں. اب شارپ شوٹر خاموش ہو جاؤ ایک منٹ. راجہ صاحب بات یہ ہے کہ اب دیکھیں گالیاں دے رہا ہے، لگاتار دے رہا ہے. میں نے کوئی گالی نہیں دی. مولانا صاحب بھی بیٹھے ہیں، آپ نے میرے منہ سے گالی نہیں سنی. میں اب آرام سے اس نے یہ سوال کیا ہے اوقات. اب میں نے اس کو یہ بتایا ہے کہ بیٹا جو میرا ورکر ہے نا، جو سب سے مٹھ ہے، وہ تم سے زیادہ پیسے کماتا ہے. جو میرا سب سے مٹھا ورکر ہے، آپ نے کہا کہ پیسوں سے نہیں اوقات کو جج کیا جاتا، میئر کیا جاتا. میں نے نہیں کرتا، میں نہیں کرتا، آپ نہیں کرنا بھی نہیں چاہیے. اب میں نے اگلی بات کی ہے کہ اس کی شکل بھی اس طرح کی نہیں ہے کہ میرے سے موازنہ کرے. اس کی شکل بھی نہیں ہے. دوسری بات، اگر شکل نہیں ہے تو اس کی زبان اور اس کا لہجہ بھی نہیں ہے کہ میں اس کے ساتھ کسی طرح کا موازنہ اور کمپیریزن کروں اپنا. یہ تو گالی بات ہے، گندی گالیاں بھی میں نے لگا دی ہیں سامنے. اب اس کی گالیاں پڑھنے کے قابل نہیں ہیں. ٹھیک ہے، اب اس کی کیا اوقات ہے کہ میں اس سے اسلام لوں؟ مطلب کہ میں آپ کو راج صاحب یہ بالکل با خدا بلا خوف تردید یہ بات کر رہا ہوں کہ اس طرح کے بندے سے میں نے اسلام لینا ہے جو گندا گالی باز ہے. اپنا نیم صاحب سانوں بھی موقع دے دو، اس میں ٹکر خریدی یہ کہ ساریاں گلاں اپنیاں ہی کرنیاں نے، کوئی سانوں بھی ٹائم دے دو. سارا ٹائم ایک بندے نوں دے کرنا. اگر دولت معیار نہیں ہے، میں مانتا ہوں دولت معیار نہیں ہے. دولت کے علاوہ اس بندے کے پلے کے اب نیچے آخری میسیج رہا سب اس کا پڑھ لیں. آپ اس سے میں نے کمپیریزن کرنا ہے. یہ ان کی عقل کا لیول ہی ہے. عثمان نے بڑی پیاری بات کی آتے سارے، وہ بندہ بڑی کوشش کر رہا ہے اور میں باقاعدہ طور پہ آرام سے بات کا جواب دینا چاہ رہا ہوں. لیکن آپ دوست
اتنے یار نا انصاف ہے، منصف نہیں ہے آپ کہ مجھے پیار سے جواب دینے کا بھی آپ نہیں. اب دیکھیں اس کے میسج دیکھیں، اب یہ بات میں نے کہی ہوتی تو آپ لوگوں نے غصہ کرنا تھا. یہ علیم بھائی میں بالکل ایکسیپٹ کروں گا کہ ہمارے لیے راجہ صاحب ایک ڈس اپوائنٹمنٹ ہے. اتنی دفعہ ریکویسٹ کی ہے ان کو، میں پیار سے بات کر رہا ہوں. ابھی میں اس کو یہ بتا رہا ہوں، میں گالی تو نہیں دے رہا، میں اس کو سچ میں بتا رہا ہوں. مطلب یہ پڑھے لکھے بندے سے میں ایکسپیکٹ نہیں کروں گا کہ بار بار یہ کسی طرح بھی مجھ سے نہیں ہے اپنا مقابلہ کر سکتا دنیاوی طور پہ، نہ یہ مجھ سے بات کر سکتا ہے. چیمہ صاحب آپ مجھے بتائیں، ہم نے کوئی علیم صاحب سے بات نہیں کی ہے میں نے. ایک منٹ چیمہ صاحب، آپ کس سے نہیں کیا نہیں ایکسپیکٹ کر سکتے، کیا نہیں پڑھے لکھے سے، یہ بتائیں دوبارہ. میں یہ پروفیسر صاحب کی بات کر رہا ہوں کہ ان کو ریکویسٹ بھی کی ہے دوسری تیسری کی چوتھی آئی ڈی سے. پھر یہ دیکھیں نا رویہ، اگر ایک اچھا ماحول رکھنے کی بلاک کر رہے ہیں بار بار. عثمان صاحب کو گلا نہ رہے، عثمان صاحب 6 دفعہ بلاک کر چکا ہوں اس بندے کو. یہ تو حال ہے. اب آپ لوگ رگڑے میں، یا آپ لوگ کی ناراضگی ہم اس لیے بھی مول لیتے ہیں کہ جب ان بندوں کو ہم جواب دیتے ہیں، اب ان کی ہم نے ماں بہن پہ بات تو نہیں کرنی، اب ہم ان کے عقیدے کھولیں گے تو پھر آپ کو بھی تکلیف ہوتی ہے. تو اس کے لیے ہم معذرت کھائیں، لیکن ان کو ڈیل کیسے کرنا ہے؟ نہیں، آپ عقیدے کھولیں، ہمیں عقیدے کھولنے سے کوئی خوف زدہ نہیں ہے. ہم تو پھر میں نے اس لیے سامنے عقیدے لگا رہا ہوں. نہیں، آپ نے عقیدے نہیں کھولے تھے. اصل میں آپ نے جو کیا تھا وہ بندے بٹھا کر اوپر گالی گلوچ کر کی. نہیں وہ اب یہ میں کیا کرتا؟ اب یہ جس طرح کی گالی گلوچ مجھے دے رہا ہے، اس کا کیا؟ آپ کا جٹ بھی تو دے رہا تھا نا. جٹ نے آج ایک گالی جٹ کو دینے نہیں دی گئی. کیوں نہیں؟ یہ علیم صاحب پھر آپ نے دیکھی علیم صاحب، آپ کے خلیفہ صاحب کہتے ہیں کہ کوئی گالی دے سوشل میڈیا پہ، آپ نے گالی نہیں دینی، اگر دیں گے تو سوشل میڈیا چھوڑ دیں. یہ آپ کے خلیفہ کا کہنا ہے. یہ خلیفہ صاحب کی ساری باتیں نہیں مانتے. ایسے نہ کریں. بات ایسی ہے، سیدھا جیسی منہ ویسی. احمد صاحب تسی سیدھا خلیفہ تے جاندے ہو، میرے تے آؤ نا. تسی ادھر کیوں لین جاندے ہو میرا بچے؟ چپ کر احمد، چپ کر جا. کنیاں تھلے گالاں نکل دے. علیم صاحب مجھے آپ سے صرف 3 سے 4 منٹ چاہیے بغیر انٹرپشن کے. جی بسم اللہ. ہم صرف یہ کہہ رہے ہیں، جٹ صاحب بھی یہ کہہ رہے ہیں کہ ہم ادھر کو مرزا صاحب کی تبلیغ نہیں کر رہے، تو آپ ہماری دینی معاملات میں اگر دخل اندازی نہ کریں اور ہمیں یہ تانے نہ ماریں تو بہتر ہے. ہم کوئی کسی طرح کی مرزا صاحب پہ بات نہیں یہاں پہ کر رہے. اگر میں جیسے کہ میں اور وہ باجوہ صاحب ہیں، ہم جماعت احمدیہ سے آپ کی باتیں سن کے ویسے ہی طائب ہو چکے ہیں. ہم اب ریسرچ کر رہے ہیں رضا خانیت کے اوپر. اس کے بارے میں اگر بتانا چاہیں تو میں بتائیں پیار سے، کوئی لڑائی جھگڑے کے علاوہ. مرزا صاحب کی ہم بات کر نہیں رہے. جی محمد سہیل صاحب. اچھا علیم صاحب، میں صرف 2 سے 3 منٹ چاہوں گا بغیر انٹرپشن کے. پہلی بات یہ ہے کہ جماعت احمدیہ کے جتنے بھی افراد ہیں نا، وہ ایک جسم کی مانند ہیں. اگر جسم کے کسی بھی حصے میں تکلیف ہوگی یا جماعت کا کوئی بھی افراد کسی غلط راستے پہ جائے گا، ہم ایک جسم کی حیثیت سے اس تکلیف کو اسی طرح محسوس کریں گے جس طرح کی جانی چاہیے. اس میں جی میں آپ سے یہ خصوصی درخواست کروں گا، یہ جو 2-3 دن سے ماحول کا معاملہ ہوا ہے کہ ایک بدلے کی فضا پیدا کی جا رہی ہے، آپ اس معاملے کو بالکل رہنے دیں. ان کو جو کرنا ہے کرنے دیں. یار کیچڑ میں پتھر ڈالنے سے چھینٹے ہمارے اوپر بھی آتے ہیں. ٹھیک ہے جی، میں اس کی ایک سیدھی سادی مثال دوں گا. کل سیفی صاحب کا اور جاوید صاحب کا ایک بڑا شاندار قسم کا مناظرہ ہوا. یقین کریں سیفی صاحب نے 2 ڈالا. اس طرح کا کوئی علمی ماحول پیدا کریں. مجھے اس چیز کی عذرائے ہمدردی انتہا سے زیادہ تکلیف ہے جب ہمارا کوئی احمدی بھائی جھوٹنا بول رہے ہیں کہ اچھا علی صاحب پہلے میری بات سے ان کو بات کرنے دیں. آپ 2 منٹ بات نہیں سن سکتے کسی بندے کی. ان کا حق ہے بات کرنے دیں ان کو. میں اس چیز کو 2-3 دن سے انتہا سے زیادہ تکلیف محسوس کر رہا ہوں کہ جس طرح کی آپ یہ جو براڈ چلا رہے ہیں. رمضان کا آخری اشرہ ہے اور اس چیز کو انتہائی سے زیادہ، اس میں یہ ہمارے جٹ بھائی بھی شامل ہیں اور جتنے بھی ہمارے احمدی بھائی ہیں، وہ تھوڑی سی اگر نازیبہ الفاظ، اس چیز میں کوئی نہیں جیت سکتا. اگر وہ جماعت کے اوپر گند اچھال رہے ہیں، ان کو اچھالنے دیں. ساری دنیا کو پتہ ہے. آپ علمی محاذ پہ ان کو شکست دیں جس طرح کل سیفی بھائی نے دی ہے. میں صرف آپ سے یہ ذاتی درخواست کروں گا. مجھے اس چیز کی شدید تکلیف ہو رہی ہے. علمی بات کر رہے ہیں، ہم سے بات نہیں کر رہے. جزاک اللہ محمد صاحب، جزاک اللہ. صرف خدا کے لیے علمی بات شروع کرتے ہیں. تاج صاحب حوالہ پڑھے، سامنے بھی علمی بات کریں ان سے. سہیل صاحب کی رسپانس میں یہ کہوں گا، جٹ صاحب جی مفتی صاحب نے سیفی صاحب کو 2 ڈالا ہے، اور آپ کے پاس جس وقت کوئی علمی نہیں رہے دلائل،
تو آپ نے وہ کرنا شروع کر دیا جو پچھلے 2 دن سے آپ کر رہے تھے. سیکر اور بابر دونوں بروڈز لگاتے ہیں اور وہ علمی باتیں کرتے ہیں. بھائی صاحب اس کی علمی باتیں مت کرو, ادھر ڈیفینڈ مت کرو اس کو. جو آپ کہہ رہے ہو کہ وہ کہہ رہے رپورٹ لگاتے ہیں, وہ جو وہ گند مارتے ہیں اور تو گالیاں نکالتے ہیں. میں نے جذباتی ہو جاتے ہیں احمد علی صاحب آپ چپ کر جائے بیٹا. علیم صاحب میں صرف آپ کو ایک بڑے بھائی, آپ میرے بڑے بھائیوں کی طرح ہیں, ذاتی مشورہ دوں گا. اس طرح کی گالم گلوچ والی یا گالی گلوچ ان کے بندے گالیاں نکالے گئے ہیں, بالکل مجھے اس چیز کا اندازہ ہے, لیکن آپ ایک علمی ماحول میں رکھیں. اور جو گالم گلوچ کرتا ہے جس طرح سے باقی ہماری احمدی براڈ چلا رہے ہیں, عرض کر رہا ہوں ہم گالیاں نہیں نکالتے, آپ کی بات ٹھیک ہے. دل یقین کریں 2-3 دن سے انتہائی زیادہ غمگین ہے. مجھے باقی لوگوں کی پرواہ نہیں ہے, لیکن اگر کوئی احمدی بھائی محمد سہیل صاحب بریک پہ بھی تو پیر رکھے نا آپ. میں عرض یہ اچھا چلے بتائیں, انہوں نے تبلیغ کی ہے جماعت احمدیہ سے, ہمیں کرنے دیں یار, کرنے دیں, اس کا ہمیں فائدہ ہو رہا ہے, آپ یقین نہیں کر سکتے. اللہ کے بندے بات تو سن لو, میں کیا کہہ رہا ہوں. میں یہ عرض کر رہا ہوں کہ انہوں نے ہمیں ہماری آنکھیں کھول دی ہیں جماعت کے حوالے پڑھ کے. اب میں جو ہوں خاص طور پہ میں اب یہ سوچ رہا ہوں کہ مجھے سب سے جو اچھا مذہب لگ رہا ہے وہ لگ رہا ہے رضا خانیت اور بریلویت. اب میں ان سے سوال کرنے کا میرا حق بنتا ہے کہ نہیں بنتا کہ مجھے بتائیں, میں اس طرف جانا چاہتا ہوں. لیکن علیم صاحب جس طرح آپ بھی اس بات کی گواہ ہیں, صفحہ 31 جی دوست کو کھولے کتاب الحقیقت کا صفحہ, جی مجھے سمجھائیں کہ کتاب غلط ہے صحیح ہے, کس نے لکھی ہے, اس بندے کی. آپ بھی اس چیز کو بالکل اپنی جگہ بجانب ہیں, میں آپ سے بات, لیکن علیم صاحب کی بات کا میں مرزا صاحب کی تبلیغ نہیں کر رہا یار. ایک علیم صاحب کی بات کا میں بھی جواب دینا چاہتا ہوں. یہ جو رمضان کے آخری اشرے چل رہے ہیں, اس میں تھوڑے سے اپنے آپ کو آخری اشرا, 1 منٹ خاموش ہو جائیں, 1 منٹ اپنے اوپر اور اپنی زبانوں پہ قابو رکھیں پلیز. میری آپ لوگوں سے التجا ہے. تھینک یو, شکریہ آپ کا محمد سہیل صاحب, تھینک یو. ہاں جی علیم صاحب, ایک 2 منٹ اگر مجھے ایک 1 to 1 کر دیں تو آپ مایوس ہو گئے ہیں. تو میں بھی اور باجوہ صاحب بھی تشریف لاتے ہیں اوپر, ہم دونوں جو ہیں خاص طور پہ میں اور باجوہ صاحب جواب سن لینا اپنی بات کا. جی ہم دونوں آپ کی دلائل سنے ہیں, اب ہم سوچ رہے ہیں کہ ہم اس پہ ریسرچ کریں اور ہم بریلوی کی طرف. جی جواب سن لینا اس بات کا. جی آپ کھولیں, ہم زیار سور کو بلاتے ہیں, ٹھیک ہے. وہ ایک طرف آپ وہ کتاب کھولیں, دوسری طرف زیار رسول کو بول رہے ہیں روحانی خزانہ. زیار رسول تو ابھی بھاگ گیا. زیار رسول کو تو علیم صاحب نے کہا کہ مجھے بتاؤ, نہیں راجا صاحب ایک گلا کتے اور جا کے دسو جڑا تہاڈے کو علم ہے سانو پتہ ہے. کیوں اتار نیچے تیرے لگدا کچھ لگدا بڑا نیچے اسی میں من گیا وا, میں تے باجوہ صاحب اس میں اپنا مائنڈ بنا رہے ہیں کہ یہ باجوہ صاحب وہی ہیں, یہ وہی باجوہ جو سنی صاحب کی بروڈ پر ٹپی پہنتے ہیں. میری بات سنیں, نہیں آپ کو غلط فہمی ہے, میں کوئی اور ہوں. اچھا وہ ٹپی والے نہیں ہیں آپ؟ نہیں بالکل نہیں. زور لگانے کا آپ کو فائدہ نہیں ہے, ہم پہلے ہی تسلیم کر چکے ہیں کہ جماعت احمدیہ غلط ہے. اب ہم بریلویت کے اوپر جانا چاہ رہے ہیں, اس پہ رہنمائی فرمائیں, مہربانی کریں. میں آپ کو بتاتا ہوں نا, آپ بھی اتنے ہی ہیں جیسے کہ جٹ ہے, محمد سہیل ہے, عام بندے ہیں. مجھے بتائیں اپنے عقیدے کے بارے میں. نہیں میں بالکل سمپل سا حل ہے اس بات کا. آپ ایسا کریں, آپ وہ جو بھی کتاب آپ کھولنا چاہتے ہیں نا, جیسے آپ نے بڑی اچھی ہمیں دعوت دی تھی حسینی صاحب کی بروڈ پر, عبداللہ اتم پر بڑی اچھی گفتگو ہوئی تھی ہماری, اسی طرح طرز کی ایک اور بروڈ رکھ لیتے ہیں, ابھی بلا لیتے ہیں زیار رسول کو. بات میں آپ کو ایک طرف کھولتے ہیں روحانی خزائن, تو دوسری طرف وہ کھول لیتے ہیں. بھائی صاحب اسی طرح کو تبلیغ نہیں لینا چاہتے, راجا صاحب کو کوئی گل نہیں ہے بس. آپ کو سمجھ آ نہیں یار, سارے بندے رکے, مجھے راجا سے بات کرنے دے. راجا صاحب میں دوبارہ ریپیٹ کرتا ہوں, آپ کو شاید میں کچھ تیز بول رہا ہوں یا تھوڑی دور سے میری آواز آ رہی تھی, آپ کو میری بات کی سمجھ نہیں آ رہی. دیکھیں میں دوبارہ ریپیٹ کرتا ہوں, اب غور سے میری بات سنیے گا. آپ لوگوں نے ہمیں کچھ 6 مہینے سال جو تبلیغ کی ہے, روحانی خزائن کے صفحے ہمیں پڑھ کے سنائے ہیں, میں اور باجوہ صاحب اس سے متفق ہیں آپ کی بات سے. آپ کو زور لگانے کی آپ جھوٹ بول رہے ہیں, آپ یہ جھوٹ بول رہے ہیں یار. اچھا اس کو میرے ایمان کی بھی خبر ہے. پھر میں نے اگر میں نے ایک کام کرنے کے لیے بولا نا آپ کو غصہ آئے گا, اور جٹ میں نے کہا ہے کہ آپ ٹوک رہے ہیں. آپ کی بات ماننے کے لیے آپ ٹوک رہے ہیں مجھے, آپ ٹوک رہے ہیں. میری بات سنیے, جس کو میرے ایمان کی بھی خبر ہے وہ جھوٹا نہیں تو خدا ہوئے گا.
मेरे अल्फाज पे दोबारा गौर कीजिएगा। हमने जमात छोड़ी नहीं है, लेकिन हम आपके दलाइल सुन के हम ये इस नतीजे पे पहुंचे हैं कि अब हम बरेलवियत के ऊपर रिसर्च करें, आपका रूहानी खजाइन पे जरा जोर कम करवाएं। आपकी बातें ठीक है, हम नहीं, और आपको ऐसे हम नहीं करने देंगे। आप क्यों नहीं करने देंगे? आप ठेकेदार वो इसलिए कि मतलब ये आपकी बात में मैंने आपसे कोई सर्टिफिकेट लेना है राजवीर साहब? तो हम क्या मुझे कोई, मैंने आपको हलफनामा देना है कोई? नहीं तो आपको फिर जरूरत क्या महसूस हुई है इधर आकर ये कहने की? मैं कह रहा हूँ कि आपको मैंने जो हलफनामा देते हैं आपस में, मेरे क्या कायदा, मैं अभी क्या सोच रहा हूँ, ये मैंने डाउनलोड करके आपको देना है। नहीं तो ये फिर आपको जरूरत क्या, आप प्राइवेट में कर सकते हैं ये काम। सुने ना, क्यों भाई, ये ताबू है? सार्काज़म को हम नहीं समझते, हम इतने चल रहे हैं, ये खोल नहीं सकते हम। अच्छा हम अल्लाह माफ करे राजा साहब, पैर फूल गए आपके, आपको तो कोई होश नहीं रही है मेरी बात सुन के। सार्काज़म भी नहीं समझते, आप बुखला गए हैं राज साहब। मेरी बात आप क्यों अपने नबी की बात से दोबारा मेरी बात गौर से सुनिए, मैं क्या कह रहा हूँ। उर्दू में बात कर रहा हूँ, पंजाबी च कर ला, तुहानू उर्दू समझ आउंदी ज्यादा पंजाबी आंदी है? मैंने दोए आ जानी समझ। ज्यादा तुहानू समझ की आंदी है? पंजाबी। हुण मेरी गल पंजाबी च गौर नाल सुनियो, मेरे अल्फाज से गौर करियो। मैं ते बाजवा साहब जेहड़े उत्ते बैठे ने, ਅਸੀਂ ਆਪਸ ਚ ਸੁਬਹ ਦੀ ਗੱਲ ਇਹ ਕੀਤੀ ਸੀ, ਤੁਹਾਡੇ ਸਾਹਮਣੇ ਵੀ ਉਹੀ ਗੱਲ ਦੁਹਰਾ ਰਿਹਾ ਮੈਂ ਕਿ ਜਿਹੜੇ ਤੁਸੀਂ ਸਾਨੂੰ ਦਲਾਇਲ ਦਿੱਤੇ ਨੇ ਨਾ ਜੀ, ਜਮਾਤ ਦੇ 6 ਮਹੀਨੇ ਸਾਲ ਤੁਸੀਂ ਮਿਹਨਤ ਕਰ ਰਹੇ ਹੋ, ਤੁਹਾਡੀ ਉਹ ਮਿਹਨਤ ਸਾਡੇ ਦੋਨਾਂ ਬੰਦਿਆਂ ਤੇ ਗਈ ਹੈ ਚੱਲ ਜੀ। ਹੁਣ ਇਹ ਤੁਹਾਡਾ ਕੁਰਾਨ ਇਮਾਨ ਨਾਲ ਗੱਲ ਕਰ ਰਹੇ ਹੋ ਤੁਸੀਂ ਆਪਣੇ ਨਾਲ? ਜੀ ਆ, ਕੁਰਾਨ ਇਮਾਨ ਨਾਲ। ਫੇਰ ਉਹੀ ਗੱਲ, ਤੁਸੀਂ ਮੈਨੂੰ ਹਲਫਵਾਣੇ ਨੇ? ਨਹੀਂ, ਤੁਸੀਂ ਆਪਣੇ ਕੁਰਾਨ ਇਮਾਨ ਨਾਲ ਗੱਲ ਕਰ ਰਹੇ ਹੋ। तो सानू अल्लाह ताला ईमान तू फारग कर सके, अगर ऐसे तुसी गल बयान नहीं अपने आप पूरे तू ए कसमा अपने दे बालीम साहब, ए ते बंदा अल्लाह दी कसमें शदाई हो गया, कहंदा मान कर चुको या तुसी इस तरह बात बताना चाहते नहीं? राजा साहब वीर कर जड़ी दुआ नहीं, क्योंकि मैं पूरे होशो-हवास दे विचों ਤੁਹਾਨੂੰ ਮੈਂ ਅੱਗੇ ਵੀ ਕਿਹਾ, ਕਿਸੇ ਦੇ ਈਮਾਨ ਦਾ ਫੈਸਲਾ ਉਹਦੀ ਕਸਮ ਤੇ ਨਹੀਂ ਲਈਦਾ, ਨਾ ਉਹਦੇ ਕੋਲ ਹਲਫ ਲਈਦਾ ਹੁੰਦਾ। ਨਹੀਂ ਤੁਹਾਡੀ ਮਰਜ਼ੀ ਦਾ ਸਾਰਾ ਕੰਮ ਕਰੀਦਾ ਹੈ। ਫੇਰ ਉਹੀ ਗੱਲ, ਰਾਜ ਸਾਹਿਬ ਤੁਹਾਡੀ ਕਿਤਾਬਾਂ ਗੰਦੀਆਂ ਨੇ, ਇਹਦੇ ਚ ਗਾਲਾਂ ਲਿਖੀਆਂ ਨੇ, ਗੰਦੀਆਂ ਕਿਤਾਬਾਂ ਨੇ ਤੁਹਾਡੀਆਂ? ਨਹੀਂ, ਸਾਡੀ ਕੋਈ ਕਿਤਾਬ ਨਹੀਂ ਗੰਦੀ। ਫਿਰ ਸੁਣੋ ਮੇਰੀ ਗੱਲ ਆਰਾਮ ਨਾਲ ਜੀ, ਮੈਂ ਅਰਜ਼ੇ ਕਰ ਰਿਹਾ, ਦੁਬਾਰਾ ਕਰ ਰਿਹਾ ਵਾਂ। ਤੁਸੀਂ ਜਿਹੜੀ ਮਿਹਨਤ ਕੀਤੀ ਹੈ, ਤੁਹਾਡੀ ਮਿਹਨਤ ਰਾਏਗਾ ਨਹੀਂ ਗਈ, ਤੁਹਾਡੀ ਮਿਹਨਤ ਠੀਕ ਹੈ। ਅਸੀਂ ਉਹਨੇ ਸੋਚਣ ਤੇ ਮਜਬੂਰ ਹੋ ਗਏ ਹਾਂ, ਮੈਂ ਤੇ ਬਾਜਵਾ ਸਾਹਿਬ, ਕਿ ਅਸੀਂ ਹੁਣ ਰਿਸਰਚ ਕਰੀਏ ਬਰੇਲਵੀਅਤ ਦੇ ਉੱਤੇ। ਹੋ ਸਕਦਾ ਇਹਨਾਂ ਦਾ ਜਿਹੜਾ ਕੀਤਾ ਉਹ ਸਾਡੇ ਨਾਲੋਂ ਬਹੁਤ ਬਿਹਤਰ ਹੋਏ ਤੇ ਅਸੀਂ ਰਜ਼ਾਖਾਨੀ ਬਣ ਜਾਈਏ, ਬਰੇਲਵੀਅਤ ਬਣ ਜਾਈਏ। ਅਸੀਂ ਕੋਰੇ ਕਾਗਜ਼, ਸਾਨੂੰ ਨਹੀਂ ਪਤਾ, ਸਾਨੂੰ ਕਿਸੇ ਆਲਮ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਲਰੇਡੀ ਅਗਰ ਬਰੇਲਵੀ ਮਸਲਕ ਦੇ ਵਿੱਚ ਹੋ ਜਾਂ ਤੁਸੀਂ ਜਿਹੜੇ ਮਸਲਕ ਦੇ ਵਿੱਚ ਹੋ, ਮੈਨੂੰ ਆਪਣੇ ਬਾਰੇ ਚ ਦੱਸੋ। ਮੈਂ ਫਿਲਹਾਲ ਮੈਂ ਤੇ ਰਜ਼ਾ ਆਪਣਾ ਬਾਜਵਾ ਸਾਹਿਬ ਰਜ਼ਾਖਾਨੀਅਤ ਦਾ ਇੱਕ ਹਵਾਲਾ ਕੱਢ ਕੇ ਲਿਆਏ ਆ, ਸਾਨੂੰ ਇਹਦੇ ਤੇ ਰੋਸ਼ਨੀ ਪਾਓ, ਰਹਿਨੁਮਾਈ ਕਰੋ। ਮੈਂ ਉਹ ਹਵਾਲਾ ਪੜਨ ਤੋਂ ਪਹਿਲਾਂ ਇੱਕ ਮੈਂ ਸਵਾਲ, ਤੁਸੀਂ ਫੈਸਲਾ ਕੀਤਾ, ਕਿਹੜੇ ਦਿਨ ਫੈਸਲਾ ਹੋਇਆ ਤੁਹਾਡਾ? ਇਹ ਅੱਜ ਹੁਣੀ 5 ਮਿੰਟ ਪਹਿਲੇ। 5 ਮਿੰਟ ਪਹਿਲੇ। ਔਰ ਇਹ ਤੁਸੀਂ ਆਪਣੇ ਕੁਰਾਨ ਈਮਾਨ ਨਾਲ ਸੱਚ ਬੋਲ ਰਹੇ ਹੋ? ਯਾਰ ਤੁਸੀਂ ਕਸਮਾਂ ਖਵਾਣੀਆਂ ਨੇ ਸਟਾਂਪ। ਰਾਜਾ ਸਾਹਿਬ ਕਿਸ ਤਰ੍ਹਾਂ ਦਾ ਮੁਸਲਮਾਨ ਹੈ ਯਾਰ ਤੂੰ ਤਾਂ ਮੈਨੂੰ ਲੰਡੇ ਦਾ ਮੁਸਲਮਾਨ ਲੱਗਣ ਡਿਆ। ਇੱਕ ਮਿੰਟ ਅਲੀਮ ਸਾਹਿਬ ਇੱਕ ਮਿੰਟ ਮੌਕਾ ਦਿਓ। ਰਾਜਾ ਸਾਹਿਬ ਮੇਰੀ ਗੱਲ ਸੁਣੋ, ਇੱਕ ਮਿੰਟ ਜੱਟ ਸਾਹਿਬ, ਇੱਕ ਮਿੰਟ। ਤੁਸੀਂ ਮਤਲਬ ਰਾਜਾ ਸਾਹਿਬ ਮੇਰੀ ਗੱਲ ਸੁਣੋ, ਵੀ ਪਾਣਾ ਚਾਹ ਰਹੇ ਤੁਸੀਂ ਕਿਹਨੂੰ ਕਸਮ? ਹਾਂ ਰਾਜਾ ਸਾਹਿਬ, ਅਸੀਂ ਦੋਵੇਂ ਜਿਹੜਾ ਹੈ ਨਾ, ਤੁਸੀਂ ਸਾਨੂੰ ਕਾਇਲ ਤੇ ਕਰੋ, ਤੁਸੀਂ ਅੱਗੋਂ ਕੱਜ ਬੈਸੀ ਕਰਨ ਲੱਗ ਪਏ ਹੋ। ਤੁਸੀਂ ਕਹਿ ਦਿਓ ਜੀ, ਤੁਸੀਂ ਕਹਿ ਦਿਓ ਜੀ ਕਸਮ ਕਿਸ ਚੀਜ਼ ਦੀ ਖਾਈ ਹੈ ਕਿ ਅਸੀਂ ਬਹਾਨਾ ਚਾਹੁੰਦੇ ਆ? ਇੱਕ ਬੰਦਾ ਕਹਿੰਦਾ ਮੈਨੂੰ ਮੁਸਲਮਾਨ ਕਰੋ, ਕਸਮ ਖਾ ਤੈਨੂੰ ਮੁਸਲਮਾਨ ਕਰੀਏ। ਕਾਦੀਆਨ ਵਾਲੀ ਜਮਾਤ ਤੇ ਲਾਨਤ ਭੇਜਦੇ ਆ, ਅਸੀਂ ਤੁਹਾਡੇ ਨਾਲ ਬਹਿ ਜਾਂਦੇ ਆ। ਰਾਜ ਸਾਹਿਬ ਨਹੀਂ ਇੱਕ ਮਿੰਟ ਰਾਜ ਸਾਹਿਬ, ਇੱਕ ਮਿੰਟ ਗੱਲ ਪਰਿਆ ਦੀ ਕਰਨੀ ਚਾਹੀਦੀ ਹੈ। ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਕੋਈ ਚਲੋ 4 ਬੰਦਿਆਂ 'ਚ ਬਹਿ ਕੇ ਬੰਦਾ ਕਰੇ ਤੇ ਦੂਸਰੇ ਲੋਕ ਵੀ ਆ। मैं जाफरी बोल रहा, अर्ज सुन। जाफरी साहब ਤੁਹਾਡੇ ਨਾਲ, ਜਾਫਰੀ ਸਾਹਿਬ ਇੱਕ ਮਿੰਟ, ਜਾਫਰੀ ਸਾਹਿਬ ਇੱਕ ਮਿੰਟ। ਇਸ ਤਰ੍ਹਾਂ ਨਹੀਂ ਸਰ, ਮੈਨੂੰ ਮੈਂ ਤੁਹਾਡੇ ਉੱਤੇ ਲਾਨਤ ਪਾਣਾ। ਤੁਸੀਂ ਜਾਫਰੀ ਸਾਹਿਬ ਦੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰੋਗੇ। ਆਰਾਮ ਦੇ ਨਾਲ ਮਹਿਫਲ 'ਚ ਬੈਠੇ ਹੋ, ਪਰਿਆ 'ਚ ਬੈਠੇ ਹੋ, ਬੰਦਿਆਂ ਵਾਂਗੂ ਗੱਲ ਕਰੋ, ਕੋਈ ਮਸਲਾ ਨਹੀਂ ਹੈ, ਬੰਦਿਆਂ ਵਾਂਗੂ ਗੱਲ ਕਰੋ। ਬੜਾ ਅੱਛਾ ਮਾਹੌਲ ਹੈ। ਇੱਕ ਮਿੰਟ ਮੈਨੂੰ ਅਲੀਮ ਸਾਹਿਬ ਮੌਕਾ ਦਿਓ ਨਾ, 2 ਸੈਕਿੰਡ ਦਿਓ ਬਸ। ਜਾਫਰੀ ਸਾਹਿਬ ਗੱਲ ਇਹ ਵੇ ਕਿ ਜੀ, ਗੱਲ ਇਹ ਵੇ ਕਿ ਅਗਰ ਤੇ ਉਹ ਭਾਈਆਂ ਨੇ ਉਹ ਨਹੀਂ, ਮੈਂ ਤਰਫੈਨ ਗੱਲ ਕਰ ਰਿਹਾ, ਮੈਂ ਕੋਈ ਕਿਸੇ ਤਰਫਦਾਰੀ ਕਰਕੇ ਨਹੀਂ ਕਰ। ਅੱਲਾਹ ਤਾਲਾ ਦੀ ਉਹਦੇ ਤੇ ਲਾਨਤ, ਜਿਹੜਾ ਬੰਦਾ ਤਰਫਦਾਰੀ ਕਰਕੇ ਗੱਲ ਕਰ ਰਿਹਾ। ਗੱਲ ਮੈਂ ਨਹੀਂ ਸੁਣ ਰਿਹਾ। ਮੈਂ ਵੇਖੋ ਨਾ, ਮੈਂ ਵੀ ਤੁਹਾਡੇ ਦਰਮਿਆਨ ਬੈਠੇ ਨਾ, ਉਹ ਕੋਈ ਗੱਲ ਨਹੀਂ। ਵੇਖੋ ਜੀ, ਗੱਲ ਇਹ ਵੇ ਕਿ ਅਗਰ ਅਲੀਮ ਸਾਹਿਬ ਨੇ ਗੱਲ ਕੀਤੀ ਹੈ
ਮੇਰੀ ਅਸਰਤ ਹੈ ਅਗਰ ਆਂਦੇ ਕਿ ਬਈ ਮੈਂ ਮਕਤਬਾ ਅਹਿਲ ਤਸ਼ਯੁ ਨੂੰ ਰਿਸਰਚ ਕਰਨਾ ਹੈ, ਉਹਦੇ ਵਿੱਚ ਜੋ ਵੀ ਖਬਾਸਤਾਂ ਹੋਣ ਜਾਂ ਕੋਈ ਬਕਵਾਸਾਤ ਹੋਣ ਤੇ ਉਹ ਜਾਫਰੀ ਸਾਹਿਬ ਤੁਹਾਡੇ ਸਾਹਮਣੇ ਰੱਖਾਂਗੇ, ਬਲਕਿ ਮੂੰਹ ਤੇ ਮਾਰਾਂਗੇ। ਮੈਂ ਐਕਸੈਪਟ ਕਰ ਲੈਣਾ ਸੀ, ਮੈਂ ਕਹਿਣਾ ਸੀ 100 ਬਿਸਮਿਲ੍ਲਾ, ਕੋਈ ਮਸਲਾ ਨਹੀਂ। ਅਗਰ ਕੋਈ ਭਾਈ ਜਾਂ ਭੈਣ ਸਾਡਾ ਇਸ ਚੀਜ਼ ਦਾ ਇਰਾਦਾ ਕਰਦਾ ਤੇ ਬਹੁਤ ਅੱਛੀ ਗੱਲ ਹੈ, ਤੇ ਅਗਰ ਉਹ ਕਰ ਰਹੇ ਨੇ ਤੇ ਮੇਰਾ ਖਿਆਲ ਹੈ ਉਹਨਾਂ ਉੱਤੇ ਕਸਮਾਂ ਪਾਉਣ ਤੋਂ ਜਾਂ ਉਹਨਾਂ ਨੂੰ ਇਸ ਕਿਸਮ ਦੀ ਗੱਲ ਕਰਨ ਤੋਂ ਉਹਨਾਂ ਨੂੰ ਦਾਵਤ ਦਿਓ ਕਿ ਠੀਕ ਹੈ ਜੀ ਆਓ ਜੀ। ਜੇ ਖਬਾਸਤਾਂ ਨੇ ਤੇ ਫਿਰ ਅਸੀਂ ਉਹਦੇ ਤੇ ਵੀ ਲਾਨਤ ਕਰਾਂਗੇ ਜਿਹਨੇ ਖਬਾਸਤਾਂ ਵਿੱਚ ਲਿਖੀਆਂ ਨੇ ਜਾਂ ਜਿਹਨੇ ਇੱਕ ਕਿਤਾਬ ਨੂੰ ਮੁਰਤਬ ਕੀਤਾ, ਬਿਲਕੁਲ ਕਰਾਂਗੇ ਅਸੀਂ। ਗੱਲ ਕੀਤੀ ਹੈ ਬਹੁਤ ਬਿਲਕੁਲ ਇਹੀ ਗੱਲ ਅਸੀਂ ਵੀ ਕਰ ਰਹੇ ਪਰਿਆ ਦੀ ਗੱਲ ਹੈ ਨਾ, ਮਰਦਾਂ ਦੀ ਗੱਲ ਕੀਤੀ ਹੈ ਯਾਰ। ਬਾਜਵਾ ਸਾਹਿਬ ਕੋਈ ਬੰਦਾ ਅੱਜ ਤੱਕ ਤੁਸੀਂ ਸੁਣਿਆ ਹੈ ਇਹ ਰਾਜਾ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ, ਮੈਂ ਉਹਨਾਂ ਨੂੰ ਕਹਿ ਰਿਹਾ ਮੈਂ ਮੁਸਲਮਾਨ ਹੋਣਾ ਚਾਹ ਰਿਹਾ, ਆਂਦੇ ਨੇ ਕਸਮ ਖਾ। ਇਹ ਆਪਣੀ ਲੌਜਿਕ ਦੇ ਰਹੇ ਨੇ, ਪਤਾ ਨਹੀਂ ਕੀ ਇਹ ਕਾਇਲ ਨਹੀਂ ਕਰਨਾ ਚਾਹ ਰਹੇ ਨਾ। ਰਾਜਾ ਸਾਹਿਬ ਮਾਫ ਕਰਿਓ, ਤੁਸੀਂ ਥੋੜੇ ਜਿਹੇ ਮਕਸਦ ਤੋਂ ਆਏ ਨੇ ਜੀ, ਮਾਫ ਕਰਿਓ ਤੁਸੀਂ ਜ਼ਰਾ ਜਲਦੀ ਬੋਲ ਗਏ ਹੋ ਜੀ। ਜਾਫਰੀ ਸਾਹਿਬ ਨੂੰ ਬੋਲਣ ਗੱਲ ਸੁਣੋ, ਤੁਸੀਂ ਬੋਲਦੇ ਹੋ ਜਾਫਰੀ ਸਾਹਿਬ ਖਾਮੋਸ਼ ਹੋ ਜਾਂਦੇ ਨੇ। ਜਾਫਰੀ ਸਾਹਿਬ ਕੋਈ ਗੱਲ ਤੁਹਾਡੀ ਟੋਕਣਗੇ ਨਹੀਂ ਹੈ, ਜਾਫਰੀ ਨਹੀਂ ਬੋਲ ਸਕਦਾ। ਗੱਲ ਸੁਣੋ, ਨਹੀਂ ਤੁਸੀਂ ਫਿਰ ਦਹਿਸ਼ਤਗਰਦੀ ਕਰੋਗੇ, ਦਹਿਸ਼ਤਗਰਦੀ ਕਰ ਰਹੇ ਹੋ ਤੁਸੀਂ। ਜਾਫਰੀ ਸਾਹਿਬ ਤੁਸੀਂ ਦਹਿਸ਼ਤਗਰਦੀ ਅਗਰ ਇਸ ਤਰ੍ਹਾਂ ਕਰੋਗੇ ਤੇ ਮੈਂ ਫਿਰ ਤੁਸੀਂ ਕਿਸ ਤਰ੍ਹਾਂ ਗੱਲ ਕਰੋਗੇ? ਜਾਫਰੀ ਮੁਨਾਫਿਕ ਹੈ। ਫਿਰ ਉਹੀ ਗੱਲ, ਇਨਫਾਕ ਦਾ ਹੱਕ ਤੁਹਾਨੂੰ ਕਿਹਨੇ ਦਿੱਤਾ? ਚਲੋ ਜੀ, ਇਹ ਤੇ ਰਾਏ ਸਾਹਿਬ ਦਾ ਉਸਨੇ ਸਲੂਕ ਕਿ ਉਹ ਜੋ ਦਿਲੇ ਆਖਣ। ਮੈਨੂੰ ਤੇ ਮੈਂ ਤੇ ਸ਼ੁਕਰ ਕੀਤਾ ਕਿਸੇ ਵੀ, ਵੇਖੋ ਜੀ ਅਲੀਮ ਸਾਹਿਬ, ਮੈਂ ਤੇ ਸ਼ੁਕਰ ਕੀਤਾ ਕਿਸੇ ਅਹਿਮਦੀ ਨੇ ਇਸ ਗੱਲ ਨੂੰ ਮੇਰਾ ਖਿਆਲ ਹੈ ਜ਼ੇਨ ਬਣਾਇਆ ਇਸ ਚੀਜ਼ ਤੇ ਕਿ ਬਈ ਅਸੀਂ ਬਰੇਲਵੀਅਤ ਨੂੰ ਸਟੱਡੀ ਕਰਨਾ ਚਾਹੁੰਦੇ ਹਾਂ। ਅੱਲਾਹ ਕਰੇ ਤੁਹਾਡੀ ਸਮਝ ਚ ਆ ਜਾਏ ਗੱਲ, ਹੈ ਜੀ। ਜੇ ਅਗਰ ਨਾ